ਐਡੀ ਜ਼ਮੀਰ ਨਹੀਂ ਮਰਨੀ ਚਾਹੀਦੀ ਖੱਟੜੇ ਤੇਰੀ। ਜਿੰਨਾ ਚਿਰ ਤਾਂ ਬਾਦਲਾਂ ਦੀ ਸਰਕਾਰ ਰਹੀ ਉਹਨਾਂ ਚਿਰ ਤਾਂ ਤੁਹਾਡੀ ਜ਼ਮੀਰ ਰਹੀ ਹੈ ਬਾਦਲਾਂ ਦੇ ਕੋਲੇ, ਕਿਉਂਕਿ ਇਲੈਕਸ਼ਨ ਵੀ ਲੜਦੇ, ਟਿਕਟ ਵੀ ਲੈਂਦੇ, ਦਲਾਲਬਾਜ਼ੀ ਕਰ ਰਹੇ ਆ ਬਾਦਲਾਂ ਦੀ, ਮਤਲਬ ਕਿ ਉਹਨਾਂ ਦੀ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਨੇ ਹੁਣ ਇਹ ਗੱਲ ਵੀ ਤਖਤ ਸਾਹਿਬ ਤੇ ਕਲੀਅਰ ਕਰਤੀ ਹੈ, ਮੰਨੀ ਹੈ ਇਹ ਗੱਲ ਵੀ ਇਹ ਜਿਹੜੀ ਬੇਅਦਬੀ ਹੈ ਪ੍ਰੇਮੀਆਂ ਨੇ ਕੀਤੀ ਸੀਗੀ, ਪਰ ਸਾਨੂੰ ਉਦੋਂ ਕਿਉਂ ਟੌਰਚਰ ਕੀਤਾ, ਸਾਨੂੰ 11 ਦਿਨ ਸੀ ਸਟਾਫ 'ਚ ਕਿਉਂ ਪੁੱਠੇ ਲਮਕਾ ਸਾਡੇ ਚੱਡੇ ਪਾੜੇ, ਸਾਡੇ ਕਿਉਂ ਕਰੰਟ ਲਾਇਆ ਗਿਆ, ਤੇ ਸਾਨੂੰ ਕਿਹੜੇ ਰਾਹ ਪਾਤਾ ਸੀ ਤੁਸੀਂ। ਅਸੀਂ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਸੀ। ਐਡੀ ਗੰਦੀ ਰਾਜਨੀਤੀ ਹੈ ਤੁਹਾਡੀ। ਆ ਜੰਗੀਰੋ ਵੇਖ ਲਓ, ਇਹਦੇ 15-20 ਸਾਲ ਪਹਿਲਾਂ ਤਾਂ ਐਡੀਆਂ ਮੁੱਛਾਂ ਸੀਗੀਆਂ, ਦਾੜੀ ਸੀਗੀ, ਮਹਾਰਾਜ ਨੇ ਕੁਦਰਤ ਨੇ ਬਖਸ਼ੀ ਸੀ, ਤੇ ਅੱਜ ਕਿੱਥੇ ਆ ਉਹ ਵਧਣੀਆਂ ਚਾਹੀਦੀਆਂ ਸੀ, ਘਟਣੀਆਂ ਚਾਹੀਦੀਆਂ ਸੀ, ਕਿੱਥੇ ਆ ਉਹ। ਜੇ ਸੁਖਬੀਰ ਬਾਦਲ ਆਪਦੇ ਅਸਲੇ ਦਾ ਪਿਓ ਦਾ ਤਾਂ ਮੇਰੇ ਨਾਲ ਉਸੇ ਚੌਂਕ ਕੋਟਕਪੂਰੇ 'ਚ ਆ ਕੇ ਬੈਠੇ। ਸਰਸੇ ਵਾਲਿਆਂ ਦੀ ਇੰਨੀ ਔਕਾਤ ਨਹੀਂ ਸੀਗੀ ਇਹਨਾਂ ਦੇ ਪ੍ਰੇਮੀਆਂ ਦੀ ਵੀ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਨੂੰ ਹੱਥ ਲਾਉਂਦੇ ਉਹ ਸਾਰੀ ਇਹਨਾਂ ਨੇ ਸ਼ਹਿ ਦਿੱਤੀ, ਖੁੱਲ੍ਹ ਦਿੱਤੀ, ਉਹਨਾਂ ਦੀ ਫਿਲਮਾਂ ਲਵਾਉਣ ਲਈ ਖੁੱਲ੍ਹ ਦਿੱਤੀ। ਡਿਊਟੀ ਤੇ ਸੀ ਬਾਘੇ ਪੁਰਾਣੇ ਬਿੱਕਰ ਸਿੰਘ ਕੜਾਕੇ ਨੇ ਆ ਕੇ ਪਿੰਡ ਦਾ ਇਕੱਠ ਹੋਇਆ, ਪਿੰਡ ਦੇ ਲੋਕ ਆਏ, ਉਹਨਾਂ ਨੂੰ ਇੱਕੋ ਗੱਲ ਉਹ ਕਹਿ ਕੇ ਜਾਂਦਾ ਸ਼ਾਮ ਨੂੰ ਕਿ ਜੇਕਰ ਰਾਤੇ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਨਾ ਲੱਭੇ ਤੇ ਨਾ ਮਿਲੇ ਤੇ ਮੈਂ ਤੁਹਾਡੇ ਹੱਡਾਂ 'ਚੋਂ ਅਗਲੇ ਦਿਨ ਕੱਢ ਲੈਣੇ। ਤੇ ਯਾਦ ਰੱਖਿਓ, ਮੈਨੂੰ ਪਤਾ ਹੈ ਸਰੂਪ ਤੁਹਾਡੇ ਕੋਲੇ ਇੱਥੇ, ਤੇ ਮੈਂ ਤੁਹਾਡੇ ਹੱਡਾਂ 'ਚੋਂ ਕੱਢਣੇ, ਤੇ ਮੈਨੂੰ ਪਤਾ ਮੈਂ ਕਿਵੇਂ ਕੱਢਣੇ। ਤੇ ਤੁਸੀਂ ਸੱਚ ਮੰਨੋ, ਉਸੇ ਰਾਤੇ ਰਾਤ ਸਰੂਪ ਮਹਾਰਾਜ ਦੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ। ਅੱਜ ਪ੍ਰੇਮੀ ਫੜੇ ਆ, ਉਹ ਪ੍ਰੇਮੀਆਂ ਦੇ ਨਾਂ ਤੇ ਪਰਚੀ ਲੱਗਦੀ ਹੈ ਵੀ ਸਾਡੇ ਕੋਲ ਸਰੂਪ ਤੁਸੀਂ ਲੱਭ ਕੇ ਵਿਖਾਓ। ਕੀ ਪੁਲਿਸ ਨੇ, ਕੀ ਰਣਵੀਰ ਸਿੰਘ ਖਰੜਾ ਉਦੋਂ ਔਨ ਡਿਊਟੀ ਸੀ ਨਾ, ਕੀ ਉਹਦਾ ਬਗਰਾੜੀ ਦੀਆਂ ਗਲੀਆਂ ਛਾਣੀਆਂ, ਕੀ ਉਹਦੇ ਬਗਰਾੜੀ ਦੇ ਘਰ ਛਾਣੇ ਨਹੀਂ, ਕੀ ਬਗਰਾੜੀ ਦੇ ਲੋਕਾਂ ਨੂੰ ਆ ਕੇ ਆਖਿਆ ਕਿ ਜੇਕਰ ਸਰੂਪ ਇੱਥੋਂ ਨਿਕਲ ਆਏ ਤੇ ਤੁਹਾਡੀ ਖੈਰ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕੁਲਦੀਪ ਕੋਲੀਆ। ਦਰਸ਼ਕੋ, ਪੰਜਾਬ ਦੇ ਵਿੱਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੀ ਬੇਅਦਬੀ ਹੋ ਰਹੀ ਹੈ। ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਰੁਕਣ ਦਾ ਨਾਮ ਨਹੀਂ ਲੈ ਰਹੀ। ਸਭ ਤੋਂ ਪਹਿਲਾਂ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਜਾਂਦਾ ਹੈ। ਇਸ ਤੋਂ ਬਾਅਦ ਗਲੀਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਆ। ਇਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਚੱਲਦਾ ਹੈ। ਸਿੱਖ ਪੰਥ, ਸਿੱਖ ਕੌਮ, ਸਿੱਖ ਪ੍ਰਚਾਰਕ ਕੋਟਕਪੂਰਾ ਦੇ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਕਰਦੇ ਆ। ਤਾਂ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ 2 ਸਿੱਖ ਨੌਜਵਾਨਾਂ ਨੂੰ ਚੱਕ ਲਿਆ ਜਾਂਦਾ ਹੈ। ਉਹਨਾਂ ਤੇ ਸਾਰੇ ਦੋਸ਼ ਮੜ ਦਿੱਤੇ ਜਾਂਦੇ ਆ, ਉਹਨਾਂ ਤੇ ਕੇਸ ਪਾਇਆ ਜਾਂਦਾ ਹੈ। ਪਰ ਸਿੱਖ ਕੌਮ ਦੇ ਰੋਹ ਅੱਗੇ ਜਦੋਂ ਸਿੱਖ ਕੌਮ ਉਹਨਾਂ ਦੇ ਹੱਕ 'ਚ ਖੜ ਜਾਂਦੀ ਹੈ, ਜਦੋਂ ਪੂਰਾ ਦੇਸ਼ ਦੇ ਲੋਕ ਉਹਨਾਂ ਨੌਜਵਾਨਾਂ ਦੇ ਹੱਕ 'ਚ ਖੜਦੇ ਆ, ਤਾਂ ਸਰਕਾਰ ਝੁਕਦੀ ਹੈ, ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪੈਂਦਾ ਹੈ। ਉਹਨਾਂ 2 ਨੌਜਵਾਨਾਂ ਨੂੰ ਰਿਹਾ ਕਰ ਦਿੰਦੀ ਹੈ। ਉਹ ਨੌਜਵਾਨ ਸੀ ਰੁਪਿੰਦਰ ਤੇ ਜਸਵਿੰਦਰ। ਦੁਬਾਰਾ ਫਿਰ ਰੁਪਿੰਦਰ ਤੇ ਜਸਵਿੰਦਰ ਹੋਣਾ ਦੀ ਗੱਲਬਾਤ ਚੱਲੀ ਹੈ। ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਪੰਥਕ ਇਕੱਠ ਹੁੰਦਾ ਹੈ, ਸ਼੍ਰੋਮਣੀ ਕਮੇਟੀ ਵੱਲੋਂ ਇਕੱਠ ਕੀਤਾ ਜਾਂਦਾ ਹੈ। ਤਾਂ ਉਸ ਵਿੱਚ ਰਣਵੀਰ ਸਿੰਘ ਖੱਟੜਾ ਵੀ ਪਹੁੰਚਦੇ ਨੇ। ਤਾਂ ਉਹ ਦੁਬਾਰਾ ਫਿਰ ਰੁਪਿੰਦਰ ਹੋਣਾ ਤੇ ਵੱਡੇ ਦੋਸ਼ ਲਾਉਂਦੇ ਨੇ ਕਿ ਰੁਪਿੰਦਰ ਹੋਣਾ ਨੇ ਹੀ ਉਹ ਬੇਅਦਬੀ ਕੀਤੀ ਹੈ। ਰੁਪਿੰਦਰ ਹੋਣਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜੋ ਨੇਫੇ ਦੇ ਵਿੱਚ ਤੁੰਨ ਕੇ ਲੈ ਕੇ ਕਹਿੰਦੇ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਆ। ਹਾਲਾਂਕਿ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ, ਕਿਉਂਕਿ ਰੁਪਿੰਦਰ ਹੋਣਾ ਨੂੰ ਜਦੋਂ ਬਰੀ ਕਰ ਦਿੱਤਾ ਸੀ। ਗੱਲਬਾਤ ਕਰਦੇ ਹਾਂ ਬਾਈ ਰੁਪਿੰਦਰ ਸਾਡੇ ਨਾਲ ਹੈ, ਮੱਖਣ ਸਿੰਘ ਮੁਸਾਫਰ ਸਾਡੇ ਨਾਲ ਹੈ, ਕਿਉਂਕਿ ਮੱਖਣ ਸਿੰਘ ਮੁਸਾਫਰ ਹੁਣੇ ਰੁਪਿੰਦਰ ਹੋਣਾ ਦੇ ਨਾਲ ਖੜੇ ਉਸ ਪੂਰੇ ਕੇਸ ਦੇ ਵਿੱਚ ਪੈਰਵਾਈ ਦੇ ਵਿੱਚ ਰਹੇ। ਤਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰੁਪਿੰਦਰ ਜੀ, ਦੁਬਾਰਾ ਫਿਰ ਗੱਲ ਛਿੜ ਗਈ ਆ। ਲੰਮਾ ਸਮਾਂ ਹੋ ਗਿਆ ਸੀ, ਤੁਹਾਨੂੰ ਉਦੋਂ ਗ੍ਰਿਫਤਾਰ ਕੀਤਾ, ਰਿਹਾ ਕਰ ਦਿੱਤਾ, ਸਿੱਖ ਕੌਮ ਤੁਹਾਡੇ ਨਾਲ ਖੜ ਗਈ। ਹਾਲਾਂਕਿ ਕੁਝ ਲੋਕ ਤੁਹਾਡੀਆਂ ਵੀਡੀਓ ਵੀ ਕੁਝ ਨੱਚਦਿਆਂ ਟੱਪਦਿਆਂ ਦੀਆਂ ਵਾਇਰਲ ਕਰਦੇ ਰਹੇ, ਤੁਹਾਡੇ ਤੇ ਫਿਰ ਵੀ ਦੋਸ਼ ਮੜਦੇ ਰਹੇ। ਰਣਵੀਰ ਖੱਟੜਾ ਹੋਣਾ ਨੇ ਫਿਰ ਤੁਹਾਡੇ ਤੇ ਦੋਸ਼ ਲਾਤੇ ਕਿ ਅਸਲ ਦੋਸ਼ੀ ਤਾਂ ਰੁਪਿੰਦਰ ਤੇ ਜਸਵਿੰਦਰ ਹੀ ਆ। ਨਹੀਂ, ਮੈਂ ਤੁਹਾਡੀ ਗੱਲ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਦੱਸ ਦੇਵਾਂ ਉਹਨੇ ਕਿਹੜੇ ਹਿਸਾਬ ਨਾਲ ਕਿਹਾ। ਪਹਿਲਾਂ ਤਾਂ ਚਲੋ 2015 'ਚ ਸਾਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜੀ। ਉਸ ਵਕਤ ਚਲੋ ਸੰਗਤਾਂ ਦੇ ਪਿਆਰ ਸਦਕਾ, ਗੁਰੂ ਸਾਹਿਬ ਦੀ ਮਿਹਰ ਸਦਕਾ ਉਹਨਾਂ ਨੇ ਸਾਨੂੰ ਬਰੀ ਕਰਤਾ, ਰਿਹਾ ਕੀਤਾ ਮਤਲਬ ਜੀ, ਕਿਉਂਕਿ ਉਹਨਾਂ ਕੋਲ ਕੋਈ ਸਬੂਤ ਨਹੀਂ ਸੀਗੇ। ਜੀ, ਪ੍ਰੇਮੀਆਂ ਨੂੰ ਬਚਾਉਣਾ ਚਾਹੁੰਦੇ ਸੀਗੇ, ਪਰ ਉਹ ਸਾਨੂੰ ਵੀ ਫਸਾ ਨਹੀਂ ਸਕੇ ਕਿਉਂਕਿ ਗੁਰੂ ਸਾਹਿਬ ਦਾ ਹੱਥ ਸੀ ਸਿਰ ਤੇ। ਦੂਜੀ ਗੱਲ, ਉਹਨਾਂ ਨੇ ਹੁਣ ਇਹ ਗੱਲ ਵੀ ਤਖਤ ਸਾਹਿਬ ਤੇ ਕਲੀਅਰ ਕਰਤੀ ਹੈ, ਮੰਨੀ ਹੈ ਇਹ ਗੱਲ ਵੀ ਇਹ ਜਿਹੜੀ ਬੇਅਦਬੀ ਹੈ ਪ੍ਰੇਮੀਆਂ ਨੇ ਕੀਤੀ ਸੀਗੀ। ਇੱਥੇ ਪਲੈਨਿੰਗ ਹੋਈ, 4 ਨੰਬਰ ਕਮਰਾ 'ਚ ਐਂ ਕੀਤਾ, ਤੇ ਉਹਨਾਂ ਨੇ ਕਿਹਾ ਸਾਡੇ ਪਿਤਾ ਜੀ ਦੇ ਕਹਿਣ ਤੇ ਅਸੀਂ ਇਹ ਬੇਅਦਬੀ ਕੀਤੀ ਹੈ। ਇਹ ਪ੍ਰੇਮੀਆਂ ਦੀ ਗੱਲ ਸਾਰੀ ਤਖਤ ਸਾਹਿਬ ਤੇ ਮੰਨੀ, ਉਹਨਾਂ ਨੇ ਆਪਦੇ ਮੂੰਹੋਂ ਕਹੀ।
ਉੱਥੇ ਕੀ ਦੇਖਿਆ ਉਹਨਾਂ ਨੇ ਵੀ ਰੁਪਿੰਦਰ ਸਿੰਘ ਨੂੰ ਤਾਂ ਅਸੀਂ ਬਿਲਕੁਲ ਹੀ ਸਾਫ਼ ਕਰ ਰਹੇ ਹਾਂ ਵੀ ਬੇਅਦਬੀ ਵਾਲੇ ਮਸਲੇ 'ਚੋਂ ਤਾਂ ਨਿਕਲ ਗਿਆ ਵੀ ਹੁਣ ਸਾਡੇ ਖਿਲਾਫ ਬਹੁਤ ਜ਼ਿਆਦਾ ਰੋਸ ਵਧੂ ਸੰਗਤਾਂ ਦਾ ਗਾਂ 2022 ਦੇ ਇਲੈਕਸ਼ਨ ਆ ਗਏ ਤੇ ਖਰੜਾ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਆ ਵਰਕਰ ਆ ਇਸ ਵਕਤ ਉਹ ਡੀਏਜੀ ਨਹੀਂਗੇ ਉਥੋਂ ਡੀਏਜੀ ਰਿਟਾਇਰ ਹੋ ਚੁੱਕੇ ਆ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਤੁਹਾਡੇ ਕੋਲ ਸਬੂਤ ਹੈ ਬਿਲਕੁਲ ਸਬੂਤ ਆ ਉਹਨੂੰ ਆਪ ਤੁਸੀਂ ਇਹ ਗੱਲ ਪੁੱਛ ਸਕਦੇ ਆ ਰਿਟਾਇਰ ਆ ਇਸ ਵਕਤ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਕੇ ਤੁਸੀਂ ਦੇਖ ਰਹੇ ਹੋ ਇਸ ਦਾ ਸਬੂਤ ਇਹਦਾ ਸਬੂਤ ਇਹ ਹੈ ਜੀ ਉਹਨਾਂ ਦਾ ਬੇਟਾ ਸਤਵੀਰ ਖੱਟੜਾ ਉਹਨਾਂ ਦਾ ਆਪਦਾ ਬੇਟਾ ਸਤਵੀਰ ਖੱਟੜਾ ਅਕਾਲੀ ਦਲ ਬਾਦਲ ਵੱਲੋਂ 2017 ਚ ਇਲੈਕਸ਼ਨ ਲੜਿਆ ਹੁਣ ਉਹ ਆਪ ਤਿਆਰੀ ਕਰੀ ਬੈਠੇਗਾ ਪਟਿਆਲਾ ਦਿਹਾਤੀ ਤੋਂ ਇਲੈਕਸ਼ਨ ਲੜਿਆ ਜੀ ਇਹ ਕੋਈ ਹਵਾ ਦੀਆਂ ਗੱਲਾਂ ਥੋੜਾ ਤੁਸੀਂ ਕਾਗਜ਼ਾਂ 'ਚ ਕੱਢ ਲਓ ਪੁੱਛ ਲਓ ਉਹਨਾਂ ਨੂੰ ਸਵਾਲ ਕਰੋ ਵੀ ਲੜਿਆ ਕਿ ਨਹੀਂ ਲੜਿਆ ਹੁਣ ਅਗਲੀ ਉਹ ਗਰਾਊਂਡ ਬਣਾ ਰਹੇ ਆ ਇੱਕ ਤਾਂ ਪ੍ਰੇਮੀਆਂ ਦਾ ਤੇ ਬਾਦਲਾਂ ਦਾ ਜਿਹੜਾ ਗੱਠਜੋੜ ਟੁੱਟ ਗਿਆ ਜਿਹੜੀ ਪ੍ਰੇਮੀਆਂ ਦੀ ਜਿਹੜੀ ਵੋਟ ਆ ਝੂਠੇ ਸੌਦੇ ਵਾਲਿਆਂ ਦੀ ਉਹ ਬੀਜੇਪੀ ਲਈ ਕਨਵਰਟ ਹੋ ਗਈ ਹੈ ਹੁਣ ਖੱਟੜਾ ਸਾਹਿਬ ਨੂੰ ਯਾਦ ਆ ਗਿਆ ਵੀ ਮੈਂ ਤਖਤ ਸਾਹਿਬ ਤੇ ਜਾ ਕੇ ਪ੍ਰੇਮੀਆਂ ਦੀ ਸਾਰੀ ਗੱਲਬਾਤ ਦੱਸਾਂ ਵੀ ਉਹਨਾਂ ਨੇ ਐਂ ਬੇਅਦਬੀ ਕੀਤੀ ਹੈ ਹਾਲਾਂਕਿ ਇਹ 2018 'ਚ ਹੀ ਪ੍ਰੇਮੀ ਫੜ ਲਏ ਸੀ ਖਰੜਾ ਸਾਹਿਬ ਨੇ ਤੇ ਉਸੇ ਵੇਲੇ ਹੀ ਇਹ ਸਾਰੀ ਗੱਲ ਤਖਤ ਸਾਹਿਬ ਤੇ ਦੱਸਣੀ ਚਾਹੀਦੀ ਸੀਗੀ ਤੇ ਜਥੇਦਾਰ ਸਾਹਿਬ ਨੂੰ ਵੀ ਉਸੇ ਵੇਲੇ ਬੁਲਾਉਣਾ ਚਾਹੀਦਾ ਸੀ ਅੱਜ ਇਲੈਕਸ਼ਨਾਂ ਦੇ ਸਮੇਂ ਨਹੀਂ ਬੁਲਾਉਣਾ ਚਾਹੀਦਾ ਸੀ ਦੂਜੀ ਗੱਲ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਵੀ ਹਾਂ ਬੇਅਦਬੀ ਤਾਂ ਇਹਨਾਂ ਨੇ ਨਹੀਂ ਕੀਤੀ ਅਸੀਂ ਸ਼ੱਕ ਦੇ ਦਾਇਰੇ 'ਚ ਕੁੱਟਦੇ ਰਹੇ ਪਰ ਇਹਨਾਂ ਨੇ ਜਿਹੜੇ ਗੁਰੂ ਸਾਹਿਬ ਦੇ ਅੰਗ ਸੀ ਉਹ ਨੇਫੇ 'ਚ ਪਾ ਕੇ ਲੈ ਗਏ ਉੱਥੋਂ ਪਾਲਕੀ ਸਾਹਿਬ 'ਚੋਂ ਪਹਿਲਾਂ ਤਾਂ ਉਹ ਕਹਿੰਦੇ ਆ ਵੀ ਟਰਾਲੀ 'ਚ ਪਾ ਕੇ ਲੈ ਕੇ ਗਏ ਆ ਇਹ ਮੈਂ ਖਰੜਾ ਸਾਹਿਬ ਨੂੰ ਦੱਸ ਦੇਵਾਂ ਵੀ ਤੁਸੀਂ ਆਪਦੀਆਂ ਅੱਖਾਂ ਨਾਲ ਦੇਖੋ ਸਾਰਾ ਮੀਡੀਆ ਸੀ ਲੱਖਾਂ ਲੋਕ ਸੀ ਬਰਗਾੜੀ ਤੋਂ ਗੁਰੂ ਸਾਹਿਬ ਦੇ ਅੰਗ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਹੋ ਕੇ ਪਾਲਕੀ ਸਾਹਿਬ 'ਚ ਗਏ ਅਸੀਂ ਵੀ ਨਾਲ ਮੌਜੂਦ ਸੀ ਬਿਲਕੁਲ ਪਰ ਇਹ ਖਰੜਾ ਸਾਹਿਬ ਨੂੰ ਨਹੀਂ ਪਤਾ ਸੀ ਹੁਣ ਪਤਾ ਨਹੀਂ ਕਿਉਂ ਭੁੱਲ ਗਏ ਉਹ ਕਿਹਦੇ ਕਹਿਣ ਤੇ ਇਹ ਗੱਲਾਂ ਕਰ ਰਹੇ ਆ ਦੂਜੀ ਗੱਲ ਉਹ ਕਹਿੰਦੇ ਆ ਵੀ ਜਿਹੜੇ ਗੁਰੂ ਸਾਹਿਬ ਦੇ ਅੰਗ ਸੀਗੇ ਉਹ ਐਸਜੀਪੀਸੀ ਮੈਂਬਰ ਬਾਠ ਨੇ ਤੇ ਮੈਨੇਜਰ ਨੇ ਇਕੱਠੇ ਕਰਕੇ ਉੱਥੇ ਸੁਸ਼ੋਭਿਤ ਕੀਤੇ ਆ ਮੈਂ ਖਰੜਾ ਸਾਹਿਬ ਨੂੰ ਦੱਸ ਦੇਵਾਂ ਪਤਾ ਉਹਨਾਂ ਨੂੰ ਮੇਰੇ ਨਾਲ ਵੱਧ ਪਤਾ ਉਹਨਾਂ ਨੂੰ ਜਾਂਚ ਕੀਤੀ ਉਹਨਾਂ ਨੇ ਪਰ ਹੁਣ ਪਤਾ ਨਹੀਂ ਕਿਉਂ ਭੁੱਲੇ ਹੋਏ ਆ ਉਹ ਉਹਨਾਂ ਨੂੰ ਮੈਂ ਦੱਸ ਦੇਵਾਂ ਵੀ ਜਿਹੜਾ ਬਾਠ ਤੁਸੀਂ ਸਤਿਕਾਰਯੋਗ ਬਾਠ ਸਾਹਿਬ ਕਹਿ ਰਹੇ ਹੋ ਨਾ ਉਹ ਬਾਠ ਸਾਹਿਬ ਉੱਥੇ ਆਏ ਸੀਗੇ ਗੁਰਦੁਆਰਾ ਸਾਹਿਬ ਜੇ ਤਾਂ ਸਿੱਖ ਬਣ ਕੇ ਆਉਂਦੇ ਤਾਂ ਉੱਥੇ ਹਜ਼ਾਰਾਂ ਸੰਗਤ ਹੀ ਸੀਗੀ ਬੈਠ ਸਕਦੇ ਸੀ ਬਿਲਕੁਲ ਉਹਨਾਂ ਦਾ ਆਉਣਸਾਰ ਕੀ ਗੱਲਬਾਤ ਸੀਗੀ ਮੱਥਾ ਟੇਕਿਆ ਉਹਨਾਂ ਨੇ ਨਮਸਕਾਰ ਕੀਤੀ ਕਹਿੰਦੇ ਵੀ ਇਹ ਗੁਰੂ ਸਾਹਿਬ ਦੇ ਅੰਗ ਸਾਨੂੰ ਦੇ ਦਿਓ ਅਸੀਂ ਇਹਨਾਂ ਨੂੰ ਗੋਬਿੰਦਵਾਲ ਸਾਹਿਬ ਇਹਨਾਂ ਦਾ ਸੰਸਕਾਰ ਕਰਾਉਣਾ ਜੀ ਵੀ ਇਹ ਹੋਰ ਨਾ ਬੇਅਦਬੀ ਹੋਵੇ ਜਦੋਂ ਹੁਣ ਉਹਦੀ ਬੇਅਦਬੀ ਹੋ ਗਈ ਸਬੂਤ ਤਾਂ ਉਹੀ ਰਹਿ ਗਿਆ ਜੇ ਕੋਈ ਗੱਲ ਚੱਲੂ ਤਾਂ ਉੱਥੇ ਹੀ ਚੱਲੂਗੀ ਨਾ ਉਸੇ ਅਸੀਂ ਮੈਂ ਆਪਦੇ ਖੁਦ ਹੱਥਾਂ ਨਾਲ ਉਹਨਾਂ ਦੀ ਨਿਸ਼ਾਨਦੇਹੀ ਕਰਾ ਰਹੇ ਹਾਂ ਵੀ ਕੋਈ ਇੱਥੇ ਫਿੰਗਰਪ੍ਰਿੰਟ ਜਾਂ ਕੁਛ ਨਾ ਉਸੇ ਗੁਰਦੁਆਰਾ ਸਾਹਿਬ ਇਹਨਾਂ ਦਾ ਅਸੀਂ ਇਹਨਾਂ ਦਾ ਜਿਹੜਾ ਸੱਦਿਆ ਸੀ ਪੁਲਿਸ ਵੱਲੋਂ ਹੀ ਸੱਦਿਆ ਸੀ ਉਹ ਬੰਦਾ ਉਹ ਅੱਜ ਵੀ ਫੋਟੋਆਂ ਪਈਆਂ ਉਹ ਦੇਖ ਰਿਹਾ ਸਾਰਾ ਐਂ ਦੇਖ ਰਿਹਾ ਵੀ ਕੋਈ ਅੰਗ ਤੇ ਇੱਥੇ ਕਿਸੇ ਤੇ ਕੋਈ ਨਿਸ਼ਾਨ ਅੰਗੂਠਾ ਫਿੰਗਰਪ੍ਰਿੰਟ ਹੈ ਕੁਛ ਚਲੋ ਪਰ ਜੇ ਉਹ ਉੱਥੋਂ ਲੈ ਜਾਂਦਾ ਉਹ ਅਗਨ ਭੇਟ ਉਹ ਸੰਸਕਾਰ ਹੋ ਜਾਂਦਾ ਤੇ ਮਗਰ ਕੀ ਰਹਿ ਗਿਆ ਸੀ ਆਪਣੇ ਕੋਲੇ ਕਾਹਦੇ ਸਿਰ ਤੇ ਆਪਾਂ ਗੱਲਬਾਤ ਕਰਦੇ ਉਸ ਕਰਕੇ ਉਹਨੂੰ ਧੱਕੇ ਵੱਜੇ ਆ ਉਹ ਤਾਂ ਆਇਆ ਹੀ 12-1 ਵਜੇ ਆ ਖਰੜਾ ਸਾਹਿਬ ਨੂੰ ਮੈਂ ਦੱਸ ਦੇਵਾਂ ਉਹਨੇ ਕੋਈ ਉੱਥੇ ਸੇਵਾ ਨਹੀਂ ਨਿਭਾਈ ਗਈ ਉਹ ਤਾਂ 12-1 ਵਜੇ ਆਇਆ ਤੇ ਉਹਨੂੰ ਉੱਥੋਂ ਹੀ ਉਹ ਵਾਪਸ ਉੱਠ ਗਿਆ ਦੂਜੀ ਗੱਲ ਖਰੜਾ ਸਾਹਿਬ ਨੇ ਅੰਗ ਨੇਫੇ 'ਚ ਪਾਉਣ ਦੀ ਗੱਲ ਕੀਤੀ ਮੈਂ ਕੱਲ ਵੀ ਇਹ ਪ੍ਰੈਸ ਮੀਡੀਆ 'ਚ ਗੱਲ ਕੀਤੀ ਸੀ ਵੀ ਖਰੜਾ ਸਾਹਿਬ ਨੂੰ ਬੇਨਤੀ ਹੈ ਤੁਸੀਂ ਜਾਂਚ ਕੀਤੀ ਸੀ ਸੱਚ ਵਾਲੇ ਪਾਸੇ ਲੈ ਗਏ ਜਿੰਨਾ ਚਿਰ ਤਾਂ ਬਾਦਲਾਂ ਦੀ ਸਰਕਾਰ ਰਹੀ ਉਹਨਾਂ ਚਿਰ ਤਾਂ ਤੁਹਾਡੀ ਜ਼ਮੀਰ ਰਹੀ ਹੈ ਬਾਦਲਾਂ ਦੇ ਕੋਲੇ ਕਿਉਂਕਿ ਇਲੈਕਸ਼ਨ ਵੀ ਲੜਦੇ ਆ ਟਿਕਟ ਵੀ ਲੈਂਦੇ ਆ ਜਦੋਂ ਸਰਕਾਰ ਬਦਲੀ ਆ ਸਰਕਾਰ ਨੇ ਦਬਾਅ ਪਾਇਆ ਤੁਸੀਂ ਉਹੀ ਫਿਰ ਸੱਚ ਦੇ ਰਾਹ ਤੇ ਤੁਰ ਪਏ ਅੱਜ ਤੁਸੀਂ ਤਖਤ ਸਾਹਿਬ ਤੇ ਕਹਿੰਦੇ ਆ ਵੀ ਮੈਂ ਦੋਸ਼ੀ ਫੜੇ ਆ ਠੀਕ ਆ ਫੜੇ ਆ ਪਰ ਸਾਨੂੰ ਉਦੋਂ ਕਿਉਂ ਟੌਰਚਰ ਕੀਤਾ ਸਾਨੂੰ 11 ਦਿਨ ਸੀ ਸਟਾਫ 'ਚ ਕਿਉਂ ਪੁੱਠੇ ਲਮਕਾ ਸਾਡੇ ਚੱਡੇ ਪਾੜੇ ਸਾਡੇ ਕਿਉਂ ਕਰੰਟ ਲਾਇਆ ਗਿਆ ਸਾਨੂੰ ਅਸੀਂ ਨੰਗੇ ਧੜ ਹੋ ਕੇ ਉੱਥੇ ਸੇਵਾ ਨਿਭਾ ਰਹੇ ਸੀ ਸਾਨੂੰ ਕਿਹੜੇ ਰਾਹ ਪਾਤਾ ਸੀ ਤੁਸੀਂ ਅਸੀਂ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਸੀ ਐਡੀ ਗੰਦੀ ਰਾਜਨੀਤੀ ਹੈ ਤੁਹਾਡੀ ਸਿਰਫ ਇੱਕ ਟਿਕਟ ਪਿੱਛੇ ਜਾਂ ਇੱਕ ਚੌਧਰ ਪਿੱਛੇ ਦੂਜੀ ਗੱਲ ਉਹ ਜਿਹੜੇ ਉਦੋਂ ਅੰਗਾਂ ਦੀ ਸੇਵਾ ਨਿਭਾਈ ਸੀ ਉਹ ਨਿਭਾਈ ਸੀ ਬੇਅੰਤ ਸਿੰਘ ਕੋਟਕਪੂਰਾ ਤੇ ਬਲਰਾਜ ਸਿੰਘ ਰੋੜਾਂ ਵਾਲੀ ਉਹ ਉੱਥੋਂ ਪਾਲਕੀ ਸਾਹਿਬ 'ਚੋਂ ਅੰਗ ਲੈ ਕੇ ਗਏ ਤੇ ਬੇਅੰਤ ਸਿੰਘ ਦੇ ਘਰੇ ਰੱਖੇ ਆ ਉਹਨੂੰ ਤੁਸੀਂ ਅੰਗ ਨਹੀਂ ਚੁੱਕਿਆ ਮੈਂ ਸਿਰਫ ਜ਼ਿੰਮੇਵਾਰੀ ਲਾਈ ਸੀ ਸਾਡੀ ਰੈਸਟ ਪੈ ਗਈ ਸੀ ਸਾਰੇ ਪ੍ਰਚਾਰਕਾਂ ਦੇ ਨਾਲ ਮਮਦੋਟ ਥਾਣੇ 'ਚ ਤੁਸੀਂ ਕਹਿ ਕੇ ਚੁਕਵਾਏ ਬਿਲਕੁਲ ਮੈਂ ਸੇਵਾ ਲਾ ਕੇ ਗਿਆ ਸੀ ਵੀ ਹੁਣ ਲੜਾਈ ਹੋਣੀ ਹੈ ਪੁਲਿਸ ਨਾਲ ਤੇ ਹੋਇਆ ਵੀ ਹੈ ਗੰਦੇ ਪਾਣੀ ਦੀਆਂ ਵਿਛਾੜਾਂ ਚੱਲੀਆਂ ਵੀ ਹੈ ਵੀ ਪਹਿਲਾਂ ਬੇਅਦਬੀ ਹੋਈ ਹੈ ਹੋਰ ਨਾ ਹੋ ਜੇ ਇਹ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਬਹੁਤ ਵੱਡੇ ਵੱਡੇ ਪ੍ਰਚਾਰਕ ਸੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਪੰਥਪ੍ਰੀਤ ਸਿੰਘ ਭਾਈ ਅਮਰੀਕ ਸਿੰਘ ਜਨਾਲਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਰੇ ਸੀ ਫਿਰ ਤੁਹਾਨੂੰ ਕਿਉਂ ਜ਼ਿੰਮੇਵਾਰੀ ਲਾਉਣੀ ਪਈ ਨਹੀਂ ਜ਼ਿੰਮੇਵਾਰੀ ਉਹਨਾਂ ਨੇ ਲਾਈ ਸੀ ਤੁਹਾਡੀ ਲਾਈ ਸੀ ਬਿਲਕੁਲ ਵੀ ਇਸ ਲੋਕਲ ਸਿੰਘ ਦੀ ਸੇਵਾ ਨਿਭਾ ਦਿਓ ਵੀ ਆਪਣੀ ਤਾਂ ਹੁਣ ਰੈਸਟ ਪੈਣੀ ਹੈ ਕਿਉਂਕਿ ਗ੍ਰਿਫਤਾਰੀਆਂ ਨੂੰ ਸਾਰੇ ਨੇ ਹਾਂ ਕਰਤੀ ਸੀ ਵੀ ਲੀਗਲ ਗ੍ਰਿਫਤਾਰੀਆਂ ਪਾਓ ਸਾਡੀਆਂ ਜੀ ਤੇ ਉਹ ਬੇਅੰਤ ਸਿੰਘ ਨੇ ਤੇ ਬਲਰਾਜ ਸਿੰਘ ਨੇ ਸੇਵਾ ਨਿਭਾਈ ਆ ਤੇ ਉਹ ਆਪਦੇ ਘਰੇ ਲੈ ਕੇ ਗਏ ਦੂਜੀ ਗੱਲ ਖਰੜਾ ਸਾਹਿਬ ਇਹ ਗੱਲ ਕਹਿੰਦੇ ਆ ਵੀ ਬੜੇ ਇਤਰਾਜ਼ਯੋਗ ਹਾਲਾਤਾਂ 'ਚ ਅੰਗ ਸਾਨੂੰ ਮਿਲੇ ਆ ਪਹਿਲਾਂ ਉਹ ਕਹਿ ਰਹੇ ਸੀ ਆਂਡੇ ਵਾਲੀਆਂ ਟਰੇਆਂ 'ਚ ਪਏ ਸੀ ਵੀ ਐਡੀ ਜ਼ਮੀਰ ਨਹੀਂ ਮਰਨੀ ਚਾਹੀਦੀ ਖੱਟੜੇ ਤੇਰੀ ਮੈਂ ਸਬੂਤ ਦਿੰਨਾ ਆ 2015 ਦੀ ਖਬਰ ਆ ਜੀ ਤੁਸੀਂ ਦੇਖੋ ਇਹਦੇ ਵਿੱਚ
ਇੱਥੇ ਇਹਨਾਂ ਦਾ ਡੀਐਸਪੀ ਖੜਾ ਜੀ, ਆ ਸਤਨਾਮ ਚੰਦੜ ਖੜਾ, ਭਾਈ ਸੁਜੀਤ ਸਿੰਘ ਖੋਸਾ ਖੜਾ, ਬੇਅੰਤ ਸਿੰਘ ਖੜਾ, ਉਹਨਾਂ ਦਾ ਘਰ ਆ, ਤੇ ਆਹ ਅਲਮਾਰੀ ਹੈ ਜੀ ਜਿਹਦੇ ਵਿੱਚ ਗੁਟਕਾ ਸਾਹਿਬ ਆ ਤੇ ਰਮਾਲਾ ਸਾਹਿਬ ਦੇ ਵਿੱਚ ਅੰਗ ਲਪੇਟ ਕੇ ਉਹਨਾਂ ਨੇ ਸੁਸ਼ੋਭਿਤ ਕੀਤੇ ਹੋਏ ਆ ਸਤਿਕਾਰ ਸਹਿਤ ਤੇ ਅਰਦਾਸ ਹੋ ਕੇ। ਬਿਲਕੁਲ ਇਹ ਅਰਦਾਸ ਕਰ ਰਹੇ ਅਰਦਾਸ ਕਰ ਰਿਹਾ ਜੀ, ਪੱਲਾ ਪਾਇਆ ਸਤਨਾਮ ਸਿੰਘ ਚੰਦੜ ਅਰਦਾਸ ਕਰ ਰਿਹਾ। ਥੱਲੇ ਵੇਖੋ ਲਿਖਿਆ ਨਾ ਹੈਡਿੰਗ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਲਿਜਾਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਭਾਈ ਸਤਨਾਮ ਸਿੰਘ ਚੰਦੜ। ਤੇ ਖਬਰ ਹੈਗੀ ਹੈ ਜੀ 2015 ਦੀ 18 ਅਕਤੂਬਰ 2015 ਦੀ, ਅੱਜ ਦੀ ਖਬਰ ਨਹੀਂ, ਸਪੋਕਸਮੈਨ ਦੀ ਖਬਰ ਹੈ। ਖਰੜਾ ਸਾਹਿਬ ਘੱਟੋ ਘੱਟ ਉਹ ਤਾਂ ਕੁਫਰ ਤੋਲ ਲਓ ਨਾ ਜਿਹਦਾ ਲੋਕਾਂ ਕੋਲੇ ਸਬੂਤ ਨਾ ਹੋਵੇ। ਤੁਸੀਂ ਤਾਂ ਸ਼ਰੇਆਮ ਹੀ ਆਹ ਦਲਾਲਬਾਜ਼ੀ ਕਰ ਰਹੇ ਆ ਬਾਦਲਾਂ ਦੀ, ਮਤਲਬ ਕਿ ਉਹਨਾਂ ਦੀ ਗਰਾਊਂਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਦੂਜੀ ਗੱਲ, ਖਰੜਾ ਸਾਹਿਬ ਹੁਣ ਚਲੋ ਇਹ ਮੈਂ ਆਪਣੇ ਵਾਲੀ ਗੱਲ ਕਲੀਅਰ ਕਰਤੀ ਤੁਹਾਨੂੰ ਵੀ ਮੈਂ ਤਾਂ ਹੱਥ ਵੀ ਨਹੀਂ ਲਾਇਆ, ਸੇਵਾ ਜ਼ਰੂਰ ਲਾਈ ਸੀ। ਉਸੇ ਗੱਲ ਦੀ ਸਾਡੀ ਗੱਲ ਹੁੰਦੀ ਸੀ। ਉਹੀ ਬੇਅੰਤ ਸਿੰਘ ਇਹੀ ਸਾਡੇ ਘਰੇ ਆਇਆ ਸੀ ਵੀ ਮੈਥੋਂ ਪੁਲਿਸ ਪ੍ਰਸ਼ਾਸਨ ਵਾਲੇ ਅੰਗ ਮੰਗਦੇ ਆ। ਮੈਂ ਉਹੀ ਫੋਨ ਤੇ ਗੱਲ ਜਿਹੜੀ ਸਾਡੀ ਇਹਨਾਂ ਨੇ ਕੱਟ ਵੱਢ ਕੇ ਛੋਟੀ ਜਿਹੀ ਪੇਸ਼ ਕੀਤੀ ਜੀ। ਬਿਲਕੁਲ, ਉਹ ਬਹੁਤ ਸਾਰੀਆਂ ਗੱਲਾਂ ਕੱਟ ਵੱਢ ਕੇ ਹੀ ਪਾਈਆਂ ਗਈਆਂ, ਸਿਰਫ ਗੁਰੂ ਗ੍ਰੰਥ ਸਾਹਿਬ ਵਾਲੀ ਗੱਲਬਾਤ ਉਹੀ ਪਾਈ। ਉਹ ਅੰਗਾਂ ਦੀ ਗੱਲ ਹੀ ਕੀਤੀ, ਹਾਲਾਂਕਿ ਉਹ 40-45 ਮਿੰਟ ਦੀ ਕੀ ਸੀ ਗੱਲ? ਮੇਰਾ ਫੋਨ ਦੇਣ ਉਹਦੇ ਵਿੱਚ ਆਟੋ ਕਾਲ ਰਿਕਾਰਡਿੰਗ ਲੱਗੀ ਸੀ, ਮੈਂ ਸਾਰੀ ਵਾਇਰਲ ਕਰਾਂ ਉਹਨੂੰ। ਮੇਰਾ ਫੋਨ ਕਿਉਂ ਨਹੀਂ ਦਿੰਦੇ ਪੁਲਿਸ ਵਾਲੇ? ਇਹੀ ਖਰੜਾ ਸਾਹਿਬ ਕੋਲੇ ਮੇਰਾ ਫੋਨ ਆ, ਮੇਰਾ ਫੋਨ ਕਿਉਂ ਨਹੀਂ ਦਿੰਦੇ? ਸਾਰਾ ਕੁਝ ਕਲੀਅਰ ਹੋ ਜਾਣਾ, 1 ਮਿੰਟ ਦੇ ਵਿੱਚ ਕਲੀਅਰ ਹੋ ਜਾਣਾ ਸੀ, ਉਦੋਂ ਹੀ ਹੋ ਜਾਣਾ ਸੀ। ਚਲੋ ਹੁਣ ਤਾਂ ਤਖਤ ਸਾਹਿਬ ਤੇ ਆਪ ਹੀ ਮੰਨ ਗਏ ਨਾ ਵੀ ਇਹਨਾਂ ਦਾ ਇਧਰਲੇ ਪਾਸੇ ਕੋਈ ਰੋਲ ਨਹੀਂ ਸੀ, ਵੀ ਅਸੀਂ ਸ਼ੱਕ ਦੇ ਦਾਇਰੇ 'ਚ ਇਹਨਾਂ ਦਾ ਤਸ਼ੱਦਦ ਕੀਤਾ। ਤੁਸੀਂ ਕਿਉਂ ਰੱਖ ਰਹੇ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਉੱਥੇ? ਚਲੋ ਤੁਸੀਂ ਸਤਿਕਾਰ ਨਾਲ, ਚਾਹੇ ਉਹਨਾਂ ਨੇ ਭਾਈ ਸਾਹਿਬ ਉਹਨਾਂ ਨੇ ਰੱਖੇ, ਪਰ ਤੁਸੀਂ ਕਿਉਂ ਰੱਖੇ? ਤੁਸੀਂ ਪੁਲਿਸ ਨੂੰ ਕਿਉਂ ਨਹੀਂ ਦੇ ਦਿੱਤੇ, ਜਾਂ ਤੁਸੀਂ ਜਿਹੜੇ ਹੋਰ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਦਿੱਤੇ, ਜਾਂ ਤੁਸੀਂ ਕਿਸੇ ਜਥੇਦਾਰ ਨੂੰ ਕਿਉਂ ਨਹੀਂ ਸੌਂਪ ਦਿੱਤੇ? ਨਹੀਂ, ਇਹ ਫੈਸਲਾ ਮੇਰਾ ਇਕੱਲੇ ਦਾ ਨਹੀਂ ਸੀਗਾ। ਸ਼੍ਰੋਮਣੀ ਕਮੇਟੀ ਤੇ ਲੋਕ ਕਿੰਨਾ ਕੁ ਯਕੀਨ ਕਰਦੇ ਸੀਗੇ। ਸ਼੍ਰੋਮਣੀ ਕਮੇਟੀ ਤਾਂ ਉਹਦਾ ਸੰਸਕਾਰ ਕਰਨਾ ਚਾਹੁੰਦੀ ਸੀ। ਬਾਠ ਸਾਹਿਬ ਨਾਲ ਬਾਠ ਨੂੰ ਧੱਕੇ ਕਿਉਂ ਪਏ ਉੱਥੇ, ਉਹਦੇ 76 ਕਿਉਂ ਵੱਜੇ? ਉਹਦਾ ਕਾਰਨ ਹੀ ਇਹ ਸੀ, ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੀ ਕਰਕੇ ਲੈ ਕੇ ਗਏ ਆ ਨਾ। ਉੱਥੇ ਜਦੋਂ ਪੁਲਿਸ ਨਾਲ ਲੜਾਈ ਹੋ ਗਈ, ਸਾਰਿਆਂ ਨੂੰ ਇਹ ਸੀਗਾ ਜੀ ਇਹ ਸਬੂਤ ਨਾ ਮਿਟਾ ਦੇਣ, ਤੇ ਬਦਲ ਕੇ ਕਿਸੇ ਵੀ ਹੱਦ ਤੱਕ ਗਿਰ ਸਕਦੇ ਸੀਗੇ। ਸੰਸਕਾਰ ਕਰਨਾ ਸੀ ਉਹਨਾਂ ਨੇ, ਤੇ ਮਗਰ ਸਬੂਤ ਕੀ ਰਹਿ ਜਾਣਾ ਸੀ? ਹੁਣ ਉਹ ਪ੍ਰਸ਼ਾਸਨ ਦੇ ਵਿੱਚ, ਸਾਰੇ ਮੀਡੀਆ ਦੇ ਵਿੱਚ 300-400 ਬੰਦਿਆਂ ਦੁਆਰਾ ਸੌਂਪੇ ਗਏ ਆ। ਕਿੱਥੇ ਉਹ ਲੜਾਈ ਦੇ ਵਿੱਚ ਉਹਨਾਂ ਨੇ ਆਪ ਹੀ ਲੈ ਜਾਣੇ ਸੀ। ਤੇ ਇੱਕ ਗੱਲ ਹੋਰ ਵੇਖੋ ਤੁਸੀਂ, ਉਦੋਂ ਦੀ ਵੀਡੀਓ ਇੱਕ ਵਾਇਰਲ ਹੋਈ ਵੀ ਆ, ਇਹਨਾਂ ਦਾ CID ਵਾਲਾ ਦਾੜੇ ਵਾਲਾ ਉਹਦੀ ਦਾਰੂ ਪੀਤੀ ਆ। ਉਹ ਸੰਗ ਅਸੀਂ ਗ੍ਰਿਫਤਾਰੀਆਂ ਹੋ ਰਹੀਆਂ, ਸਾਡੀਆਂ ਗ੍ਰਿਫਤਾਰੀਆਂ ਹੋ ਗਈਆਂ, ਮਗਰੋਂ ਵੀਡੀਓ ਵਾਇਰਲ ਹੋਈ ਆ। ਉਹ ਟਰੈਕਟਰ ਤੇ ਬਹਿੰਦਾ ਪਾਲਕੀ ਸਾਹਿਬ ਵਾਲੇ ਤੇ ਰੇਸ ਮਾਰਦਾ ਤੇ ਲੈ ਜਾਂਦਾ, ਤੇ ਉਹ ਤਾਂ ਲੈ ਗਏ ਸੀ। ਉਹਨਾਂ ਦੇ ਭਾਜੀ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਟਰਾਲੀ ਦੇ ਵਿੱਚ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੀ ਆ, ਉਹਦਾ ਟਰੈਕਟਰ ਲੈ ਗਏ ਸੀਗੇ। ਤੇ ਕੀ ਪਲੈਨਿੰਗ ਸੀ ਉਹਨਾਂ ਦੀ? ਉਹਦੀ ਦਾਰੂ ਪੀਤੀ ਹੋਈ ਸੀ ਜਿਹੜਾ ਬੰਦਾ ਟਰੈਕਟਰ ਚਲਾਉਂਦਾ ਸੀ, CID ਦਾ ਸੀ। ਮੈਂ ਆਪਦੇ ਅੱਖੀ ਉਹਦੀ ਵੇਖੀ ਆ ਵੀ ਉਹਦੀ ਦਾਰੂ ਪੀਤੀ ਹੋਈ। ਜਾਣਦੇ ਹੋ, ਪਛਾਣਦੇ ਹੋ? ਮੈਂ ਬਿਲਕੁਲ ਪਛਾਣਦਾ, ਜੈਤੋ ਦਾ ਉਹ CID ਵਾਲਾ, ਜਿੱਦੇ ਮੇਰੇ ਸਾਹਮਣੇ ਲਿਆਉਣਗੇ ਮੈਂ ਨਾਂ ਲੈ ਦੂੰ ਉਹਦਾ, ਮੈਂ ਪਛਾਣ ਵੀ ਲਊਂਗਾ ਉਹਨੂੰ। ਤਾਂ ਰੁਪਿੰਦਰ ਜੀ, ਫਿਰ ਵੀ ਤਾਂ ਅਖੀਰ ਨੂੰ ਪੁਲਿਸ ਨੂੰ ਦੇਣੇ ਪਏ ਨਾ ਅੰਗ, ਜੇ ਤੁਸੀਂ ਨਹੀਂ ਹੁਣ ਪ੍ਰੋਸੈਸ ਦੇ ਵਿੱਚ ਦਿੱਤੇ ਆ ਨਾ, ਹੁਣ ਮੀਡੀਆ ਦੇ ਵਿੱਚ ਦਿੱਤੇ ਆ, ਹੁਣ ਪ੍ਰਚਾਰਕਾਂ ਨੇ ਆਪ ਦਿੱਤੇ। ਉਦੋਂ ਪ੍ਰਚਾਰਕ ਗ੍ਰਿਫਤਾਰ ਸੀ, ਉਦੋਂ ਤਾਂ ਇਹ ਇਕੱਲੇ ਲੈ ਗਏ ਸੀ ਨਾ ਪਾਲਕੀ ਸਾਹਿਬ ਨੂੰ। ਉਦੋਂ ਕਿਸੇ ਇਹਨਾਂ ਨੇ ਕੀ ਸਬੂਤ ਰਹਿਣਾ ਸੀ ਉੱਥੇ? ਖਰੜਾ ਸਾਹਿਬ ਕਹਿੰਦੇ ਆ ਕਿ ਅਸੀਂ ਜਾਂਚ ਕਰ ਰਹੇ ਸੀ, ਸਭ ਕੁਝ ਹੋ ਰਿਹਾ ਸੀ, ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਸੀ, ਪਰ ਜਿਹੜੇ ਅੰਗ ਲਕੋਏ ਗਏ, ਇਹ ਬਹੁਤ ਵੱਡਾ ਵਿਘਨ ਪੈ ਗਿਆ ਸੀ, ਕੁਰਾਹੇ ਪੈ ਗਈ ਸੀ ਕਹਿੰਦੇ। ਸੁਣੋ ਮੇਰੀ ਬੇਨਤੀ, ਖਰੜਾ ਸਾਹਿਬ ਤਾਂ ਇਹ ਕਹਿ ਰਹੇ ਨੇ ਵੀ ਧਰਨਾ ਲਾ ਕੇ ਬਹਿ ਗਏ, ਸਾਨੂੰ ਕਹਿੰਦੇ ਇੱਥੇ ਦੋਸ਼ੀ ਲਿਆ ਕੇ ਦਿਓ, ਤੇ ਅਸੀਂ ਇੱਥੋਂ ਕਿਵੇਂ ਲਿਆ ਦਈਏ? ਜਿਹੜੀ ਜਾਂਚ ਦੀ ਉਹਨਾਂ ਨੂੰ ਲੋੜ ਸੀ ਉਹ ਤਾਂ ਸਟਾਰਟਿੰਗ 'ਚ ਹੀ ਦਿੱਤੀ। ਉਹ ਕਹਿੰਦੇ ਫਿੰਗਰਪ੍ਰਿੰਟ ਲੈਣੇ ਆ, ਅਸੀਂ ਆਪ ਦਿੱਤੇ, ਸੱਦ ਕੇ ਦਿੱਤੇ ਵੀ ਤੁਸੀਂ ਆਪਦਾ ਸੀਨੀਅਰ ਬੰਦਾ ਸੱਦੋ। ਨਾਰਕੋ ਟੈਸਟ ਤੋਂ ਭੱਜ ਗਏ ਸੀ। ਮੈਨੂੰ ਇੱਕ ਦਿਨ ਵੀ ਖਰੜਾ ਦੱਸਦੇ ਵੀ ਜਿੱਦੇ ਭੱਜੇ ਹੋਈਏ, CBI ਨੇ ਸੱਦਿਆ ਸੀ ਦਿੱਲੀ, 3 ਦਿਨ ਰਿਹਾ ਬਈ, ਟਿਕਟਾਂ ਤੱਕ ਮੇਰੇ ਕੋਲ ਪਈਆਂ, ਸਾਰੇ ਉਹਨਾਂ ਨੇ ਜਿਹੜੀ ਚਿੱਠੀ ਲਿਖ ਕੇ ਭੇਜੀ ਸੀ ਮੇਰੇ ਕੋਲੇ ਪਈ ਆ ਉਹ। ਇਹ ਗੱਲ ਵੱਖਰੀ ਹੈ ਵੀ ਬਾਦਲ ਦੀਆਂ ਭੇਡਾਂ ਨੇ ਇਹ ਗੱਲ ਨੂੰ ਪ੍ਰਚਾਰਿਆ ਤੇ ਅਸੀਂ ਜਵਾਬ ਨਹੀਂ ਦਿੱਤਾ। ਜਿਹੜੀ ਆਹ ਗੱਲ ਉਹਨੇ ਕਹਿਤੀ ਨੇਫੇ ਚੰਗ ਵਾਲੀ, ਜੇ ਅਸੀਂ ਨਾ ਬੋਲਦੇ ਤਾਂ ਇਹਨਾਂ ਨੇ ਉਹ ਵੀ ਪ੍ਰਚਾਰ ਨਹੀਂ ਸੀ ਇਲੈਕਸ਼ਨਾਂ 'ਚ ਬਦਨਾਮ ਕਰਨ ਵਾਸਤੇ। ਪਰ ਕਿਸੇ ਹੱਦ ਤੱਕ ਹੀ ਜਰਿਆ ਜਾਂਦਾ ਹੁੰਦਾ। ਜੇ ਸਵਾਸ ਮਹਾਰਾਜ ਨੇ ਜਿੰਨੇ ਦਿੱਤੇ ਉਹਨੇ ਮੈਂ ਭੋਗ ਲੈਣੇ ਆ। ਕੋਈ ਖਟੜਾ ਮੇਰੇ ਇੱਥੇ ਰੱਬ ਨਹੀਂ ਹੈਗਾਗਾ, ਉਹ ਮੇਰੇ ਤੇ ਰੱਬ ਨਹੀਂ ਲੱਗਿਆ ਵੀ ਮੇਰੇ ਉਸ ਸਵਾਸਾਂ ਦੀ ਪੂੰਜੀ ਨੂੰ ਖਤਮ ਕਰ ਦੂਗਾ। ਤੇ ਮੇਰਾ ਉਹਨੂੰ ਚੈਲੰਜ ਵੀ ਆ, ਮੇਰੀ ਹਰਪ੍ਰੀਤ ਸਿੰਘ ਜਥੇਦਾਰ ਨੂੰ ਬੇਨਤੀ ਵੀ ਆ, ਜੇ ਤੁਸੀਂ ਕੌਮ ਦੇ ਜਥੇਦਾਰ ਹੋ ਤੇ ਮੈਨੂੰ ਵੀ ਬੁਲਾਓ ਤੇ ਖਰੜੇ ਨੂੰ ਵੀ ਬੁਲਾਓ, ਤੇ ਉੱਥੇ CCTV ਕੈਮਰੇ ਦੀ 1-1 ਸਕਿੰਟ ਦੀ ਵੀਡੀਓ ਪਈ ਆ, ਸਰਕਾਰ ਕੋਲੇ ਵੀ ਪਈ ਆ, ਖਰੜੇ ਕੋਲੇ ਵੀ ਪਈ ਆ, ਤੇ ਬਾਦਲਾਂ ਕੋਲੇ ਵੀ ਪਈ ਆ। ਜੇ ਇਹ ਨਹੀਂ ਲਿਆਉਂਦੇ ਤਾਂ ਮੈਂ ਲੈ ਆਉਣਾ ਸਰਕਾਰ ਤੋਂ ਲਿਆ ਕੇ ਉਹਨੂੰ, ਤੇ ਉਹਦੇ 'ਚ ਦੱਸੋ ਵੀ ਕੌਣ ਅੰਗ ਲੈ ਕੇ ਗਿਆ ਤੇ ਕਿਹੜੇ ਹਾਲਾਤਾਂ 'ਚ ਲੈ ਕੇ ਗਿਆ, ਵੀ ਰੁਪਿੰਦਰ ਸਿੰਘ ਸੀਗਾ ਵੀ ਕਿ ਨਹੀਂ ਉੱਥੇ। ਜੇ ਉੱਥੇ ਮੈਂ ਝੂਠਾ ਸਾਬਤ ਹੁੰਦਾ, ਮੇਰਾ ਸਿਰ ਕਲਮ ਕਰ ਦੇਣ ਤੇ ਨਹੀਂ ਖਰੜੇ ਦਾ ਲਾ ਦੇਣ। ਜਥੇਦਾਰ ਕਹਿੰਦੇ ਆ ਨਾ ਵੀ ਸਿਆਸਤ ਨਹੀਂ ਕਰਨੀ ਬੇਅਦਬੀ ਤੇ ਹੁਣ ਸਿਆਸਤ ਖਟੜਾ ਕਰ ਰਿਹਾ, ਮੈਂ ਸਬੂਤ ਦੇਤੇ ਆ, ਤੇ ਹੁਣ ਉਹਦਾ ਸਿਰ ਲਾਉਣ, ਹੁਣ ਉਹਨੂੰ ਦੇਣ ਸਜ਼ਾ। ਤੇ ਤੁਹਾਨੂੰ ਕਿਉਂ ਚੱਕਿਆ ਗਿਆ? ਮੇਨ ਗੱਲ ਤਾਂ ਇਹ ਹੈ ਨਾ, ਤੁਹਾਡੀ ਕਾਲ ਰਿਕਾਰਡਿੰਗ ਦੇ ਆਧਾਰ ਤੇ ਬੇਸ਼ੱਕ ਚੱਕ ਲਿਆ, ਤੁਸੀਂ ਕਹਿੰਦੇ ਅੰਨਾ ਤਸ਼ੱਦਦ ਤੁਹਾਡੇ ਤੇ ਕੀਤਾ ਗਿਆ, 11 ਦਿਨ ਸੀ ਸਟਾਫ ਚੱਕੀ ਰੱਖਿਆ, ਫਿਰ ਤੁਹਾਨੂੰ ਹੀ ਕਿਉਂ ਟੌਰਚਰ ਕੀਤਾ ਗਿਆ? ਦੇਖੋ
ਉਦੋਂ ਇੰਨੀ ਸਿੱਖ ਸੰਗਤ ਦੇ ਵਿੱਚੋਂ ਕਿਸੇ ਹੋਰ ਨੂੰ ਨਹੀਂ ਗ੍ਰਿਫਤਾਰ ਕਰ ਲਿਆ? ਜਦੋਂ ਇੰਨੀ ਸੰਗਤ ਦਾ ਰੋਸ ਸੀਗਾ ਤੇ ਅੰਗਾਂ ਦੀ ਸੇਵਾ ਕਿਹਨੇ ਸੰਭਾਲ ਕੀਤੀ? ਸਾਡੇ ਸਿੰਘਾਂ ਨੇ ਕੀਤੀ, ਜ਼ਿੰਮੇਵਾਰੀ ਮੈਂ ਲਈ। ਫੋਨ ਤੇ ਗੱਲ ਕਿਹਦੀ ਹੋ ਰਹੀ ਹੈ? ਮੇਰੀ ਹੋ ਰਹੀ ਹੈ ਨਾ। ਉਹ ਤਾਂ ਇੱਕ ਉਹਨਾਂ ਨੂੰ ਬਹਾਨਾ ਮਿਲ ਗਿਆ ਵੀ ਹਾਂ ਆਪਾਂ ਆਹ ਗੱਲ ਤੇ ਟਾਲ ਸਕਦੇ ਹਾਂ, ਕਿਉਂਕਿ ਉਹਨਾਂ ਦੀ ਪ੍ਰੇਮੀਆਂ ਨਾਲ ਯਾਰੀ ਸੀ, ਪ੍ਰੇਮੀਆਂ ਨੂੰ ਬਚਾਉਣਾ ਸੀ। ਜਿਨ੍ਹਾਂ ਨੇ ਗੁਰੂ ਸਾਹਿਬ ਮਹਿੰਦਰ ਬਾਦਲ ਕਹਿੰਦੀ ਮਹਿੰਦਰਪਾਲ ਬਿੱਟੂ ਨੇ ਜਿਹਨੇ ਬੇਅਦਬੀ ਕੀਤੀ ਉਹਦੇ ਤਾਂ ਅਸਲੀ ਤੇ ਲਾਇਸੈਂਸ ਬਣਾ ਦਿੱਤੇ, ਸੁਖਬੀਰ ਹਰਗੇ ਨੇ, ਮਨਤਾਰ ਹਰਗੇ ਨੇ, ਉਹਨਾਂ ਨੂੰ ਕਿਵੇਂ ਫੜ ਲੈਣਗੇ? ਜਿਨ੍ਹਾਂ ਨਾਲ ਕਰੋੜਾਂ ਰੁਪਈਆਂ ਦੀ ਡੀਲਾਂ ਹੋਈਆਂ, ਫਿਲਮਾਂ ਚਲਾ ਕੇ ਦਿੱਤੀਆਂ, ਪੋਸਟਰ ਲਵਾਏ, ਉਹਨਾਂ ਨੂੰ ਫੜ ਲੈਣਗੇ। ਤੁਸੀਂ ਕਹਿੰਦੇ ਆ ਵੀ ਪ੍ਰੇਮੀਆਂ ਨੂੰ ਫੜ ਲੈਂਦੇ ਬਾਦਲ ਕੇ। 2011 ਚ ਮੋਗੇ ਬੱਸਾਂ ਭੰਨੀਆਂ ਸੀ ਮਹਿੰਦਰਪਾਲ ਬਿੱਟੂ ਨੇ, ਯਾਦ ਹੋਊਗਾ ਤੁਹਾਨੂੰ ਮੀਡੀਆ ਵਾਲਿਆਂ ਨੂੰ। ਉਹਦਾ 2011 ਦਾ ਪਰਚਾ 2018 ਚ ਪਿਆ ਮਹਿੰਦਰਪਾਲ ਬਿੱਟੂ ਤੇ। ਜਿੰਨਾ ਚਿਰ ਬਾਦਲਾਂ ਦੀ ਸਰਕਾਰ ਰਹੀ ਆ ਉਹਨੂੰ ਹੱਥ ਨਹੀਂ ਲਾਇਆ ਕਿਸੇ ਨੇ। ਉਹ ਤਾਂ ਸ਼ਰੇਆਮ ਭੰਨੀਆਂ ਸੀ ਉਹਨੇ। ਇੱਕ ਰੋਡਵੇਜ ਭੰਨਣ ਦਾ ਜਿਹੜੀ ਸ਼ਰੇਆਮ ਭੰਨੀ ਗਈ ਆ, ਜਿਹਦੇ ਸਬੂਤ ਆ, ਉਹਦਾ ਤਾਂ ਪਰਚਾ ਦਿੱਤਾ ਨਹੀਂ ਗਿਆ ਮਹਿੰਦਰਪਾਲ ਬਿੱਟੂ ਤੇ ਇਹ ਬੇਅਦਬੀ ਦੇ ਫੜ ਕੇ ਅੰਦਰ ਦੇ ਦਿੰਦੇ। ਤੇ ਉਹ ਕਾਲ ਰਿਕਾਰਡਿੰਗ ਦੇ ਆਧਾਰ ਤੇ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਛੱਡਤਾ ਸੀ ਵੀ ਹਾਂ ਗੁਰੂ ਸਾਹਿਬ ਦੇ ਅੰਗ ਤੁਸੀਂ ਦੇ ਤੇ ਠੀਕ ਆ, ਸਾਨੂੰ ਛੱਡਤਾ ਸੀ, ਮੈਨੂੰ ਵੀ ਹਸਪਤਾਲ ਭੇਜਤਾ ਸੀਗਾ। ਤੇ ਉਦੋਂ ਬਾਅਦ ਦੁਬਾਰਾ 20 ਤਰੀਕ ਨੂੰ ਪਰਚਾ ਪਾ ਕੇ ਦੁਬਾਰਾ ਚੱਕਿਆ ਸਾਨੂੰ। ਤਰਪਿੰਦਰ ਜੀ, ਖਟੜਾ ਸਾਹਿਬ ਇਹ ਵੀ ਕਹਿੰਦੇ ਆ ਕਿ ਇੱਕ ਟਕਵਾਂਜ ਰਚ ਲਿਆ ਕਿ ਰੀੜ੍ਹ ਦੀ ਹੱਡੀ ਟੁੱਟ ਗਈ, ਹਾਲਾਂਕਿ ਉਹ ਕਹਿੰਦੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਨਹੀਂ, ਮੇਰੇ ਸੱਟ ਲੱਗੀ ਸੀ। ਚਲੋ ਜੇ ਮੇਰੇ ਖਟੜਾ ਸਾਹਿਬ ਕਹਿੰਦੇ ਮੇਰੇ ਸੱਟ ਨਹੀਂ ਲੱਗੀ ਸੀ ਤੇ ਮੈਨੂੰ ਪੀਜੀਆਈ ਲੈ ਕੇ ਕਿਉਂ ਫਿਰਦੇ ਰਹੇ? ਮੇਰਾ ਇਲਾਜ ਕਿਉਂ ਕਰਾਇਆ? ਉਹਦੇ ਐਕਸਰੇ ਐਮਆਰਆਈਆਂ ਕਰਾ ਕੇ ਉਹਦੇ ਕੱਢ ਦਿੰਦੇ ਵੀ ਇਹਦੇ ਤਾਂ ਸੱਟ ਨਹੀਂ ਵੱਜੀ, ਮੈਨੂੰ ਤੋੜ ਕੇ ਲਿਆਉਂਦੇ। ਅੱਜ 6 ਸਾਲਾਂ ਬਾਅਦ ਖਰੜਾ ਗੱਲ ਕਰਦਾ, ਉਹਦੇ ਐਫਆਈਆਰ 'ਚ ਲਿਖਦੇ ਵੀ ਰੁਪਿੰਦਰ ਵਰਗੇ ਨੇਫੇ ਚੰਗ ਪਾ ਕੇ ਲੈ ਕੇ ਗਏ ਆ, ਉਹਦੇ ਨਹੀਂ ਬੋਲੇ। ਲੱਖਾਂ ਲੋਕ ਸੀ ਉੱਥੇ, ਸੰਗਤ ਸੀ। ਇਹਨਾਂ ਦੀ ਥਾਣੇ ਮਮਦੋੜ 'ਚ ਸਾਡੀ ਅਰੈਸਟ ਬੋਲਦੀ ਆ ਤੇ ਬੇਅੰਤ ਸਿੰਘ ਵਰਗੇ ਤੇ ਬਲਰਾਜ ਸਿੰਘ ਵਾਲੇ ਨੇ ਸੇਵਾ ਨਿਭਾਈ ਆ। ਸਬੂਤ ਤੁਹਾਨੂੰ ਮੈਂ ਦੇਤੇ ਆ, ਉਹਦੇ ਘਰੋਂ ਮਿਲੇ ਆ। ਇਹ ਕਹਿੰਦਾ ਨਾ ਰੁਪਿੰਦਰ ਦੇ ਘਰੋਂ ਮਿਲੇ ਆ, ਦੱਸੋ ਕਿਹਦੇ ਘਰੋਂ ਮਿਲੇ ਆ ਤੇ ਕੌਣ ਖੜਾ ਉੱਥੇ? ਤੁਹਾਡਾ ਹੀ ਪ੍ਰਸ਼ਾਸਨ ਵਾਲਾ ਖੜਾ ਤੇ ਉੱਥੇ ਸਾਡੇ ਪ੍ਰਚਾਰਕ ਖੜੇ ਆ। 300-400 ਬੰਦਾ ਸੀ, ਸਾਰਾ ਮੀਡੀਆ ਸੀ, ਪੂਰੀਆਂ ਵੀਡੀਓ ਪਈਆਂ ਉਹਦੀਆਂ। ਵੀ ਘੱਟੋ ਘੱਟ ਝੂਠ ਤਾਂ ਉਹ ਬੋਲਣ, ਇਲਜ਼ਾਮ ਤਾਂ ਉਹ ਲਾਉਣ ਜਿਹਦੇ ਸਬੂਤ ਨਾ ਹੋਣ। ਸਾਰਾ ਕੁਝ ਜਿਹੜਾ ਸਾਹਮਣੇ ਬਿਲਕੁਲ ਹੀ ਕਲੀਅਰ ਆ। ਤੁਸੀਂ ਇਹ ਵੇਖੋ, ਇਹ ਲੋਕ ਐਡਾ ਕੁਫਰ ਤੋਲੀ ਜਾਂਦੇ ਤਖਤ ਸਾਹਿਬ ਤੇ ਜਾ ਕੇ। ਬਾਬਾ ਜੀ ਆਪਣੇ ਤੋਂ ਕੋਈ ਭੁੱਲ ਹੋ ਜੇ, ਆਪਾਂ ਤਖਤ ਸਾਹਿਬ ਤੇ ਜਾ ਕੇ ਦੇ ਕਰਾ ਕੇ ਭੁੱਲ ਬਖਸ਼ਾਉਣੇ ਆ। ਇਹ ਤਖਤ ਸਾਹਿਬ ਤੇ ਜਾ ਕੇ ਰਾਜਨੀਤੀ ਕਰਦੇ ਆ ਗੁਰੂ ਸਾਹਿਬ ਦੀ ਬੇਅਦਬੀ ਤੇ। ਇਹ ਬੰਦੇ ਕੀ ਇਨਸਾਫ ਦੇਣਗੇ? ਹੁਣ ਦੂਜੀ ਗੱਲ ਖਰੜੇ ਨੇ ਕੀਤੀ, ਕਹਿੰਦਾ ਵੀ ਕੈਪਟਨ ਨੇ ਕਹਿੰਦਾ ਕੈਪਟਨ ਸਰਕਾਰ ਨੇ ਰਾਮ ਰਹੀਮ ਦਾ ਨਾਂ ਕੱਢਤਾ ਵਿੱਚੋਂ। ਤੇ ਖਰੜਾ ਸਾਹਿਬ ਸੈੱਟ ਦੇ ਮੁਖੀ ਸੀ, ਤੁਹਾਡੇ ਬਾਦਲਾਂ ਦੀ ਸਰਕਾਰ ਸੀਗੀ, ਤੇ ਤੁਸੀਂ ਨਾਂ ਪਾ ਕੇ ਛੱਡ ਕਾਹਤੋਂ ਦਿੱਤਾ? ਤੁਸੀਂ ਉਸੇ ਤਖਤ ਸਾਹਿਬ ਤੇ ਮੰਨਿਆ ਵੀ ਮੈਨੂੰ ਪ੍ਰੇਮੀ ਕਹਿੰਦੇ ਸੀ ਵੀ ਪਿਤਾ ਜੀ ਦੇ ਕਹਿਣ ਤੇ ਬੇਅਦਬੀ ਹੋਈ ਹੈ, ਪਿਤਾ ਜੀ ਦੇ ਕਹਿਣ ਤੇ ਬੇਅਦਬੀ ਕੀਤੀ ਹੈ। ਪ੍ਰੇਮੀਆਂ ਨੇ ਮੂੰਹੋਂ ਕਿਹਾ ਖਰੜਾ ਸਾਹਿਬ ਨੂੰ, ਤੇ ਖਰੜਾ ਸਾਹਿਬ ਨੇ ਇਹ ਗੱਲ ਤਖਤ ਸਾਹਿਬ ਤੇ ਕਹੀ ਹੈ। ਜਦੋਂ ਤੁਹਾਨੂੰ ਸਬੂਤ ਮਿਲ ਗਿਆ ਵੀ ਪ੍ਰੇਮੀਆਂ ਨੇ ਕਿਹਾ ਵੀ ਸਾਡੇ ਪਿਤਾ ਦੇ ਕਹਿਣ ਤੇ ਹੋਈ ਹੈ, ਉਦੋਂ ਕਿਉਂ ਨਹੀਂ ਉਹਨੂੰ ਰਿਮਾਂਡ ਤੇ ਲਿਆਂਦਾ? ਉਦੋਂ ਕਿਉਂ ਨਹੀਂ ਚੱਡੇ ਪਾੜੇ, ਪਰਚਾ ਕਿਉਂ ਨਹੀਂ ਦਿੱਤਾ? ਉਹਦੇ ਹੁਣ ਤਾਂ ਸਜ਼ਾ ਹੋ ਜਾਣੀ ਸੀ ਰਾਮ ਰਹੀਮ ਨੂੰ। ਗੁਨਾਹਗਾਰ ਕੌਣ ਆ ਇੱਥੇ? ਕੈਪਟਨ ਤਾਂ ਮਾੜਾ ਹੈਗਾ ਹੀ ਆ, ਉਹਨੇ ਤਾਂ ਜਾਂਚ ਤੋਂ ਬਚਾਇਆ, ਬਾਦਲਾਂ ਨੂੰ ਵੀ ਬਚਾਇਆ। ਪਰ ਤੁਸੀਂ ਜੇ ਆਪਣੇ ਆਪ ਨੂੰ ਸਿੱਖ ਸਮਝਦੇ ਆ, ਤੁਸੀਂ ਕਹਿੰਦੇ ਆ ਮੈਂ ਅਰਦਾਸ ਕਰਕੇ ਸੱਚੀ ਜਿਹੜੀ ਜਾਂਚ ਕੀਤੀ ਹੈ, ਤੁਸੀਂ ਕਿਉਂ ਡੇਰੇ ਪ੍ਰੇਮੀ ਨੂੰ ਖੁੱਲ੍ਹਾ ਛੱਡਿਆ? ਕਿਉਂਕਿ ਉਦੋਂ ਤੱਕ ਗੱਠਜੋੜ ਸੀਗਾ, ਹੁਣ ਗੱਠਜੋੜ ਟੁੱਟ ਗਿਆ। ਹੁਣ ਸਾਰਿਆਂ ਨੂੰ ਇਹਨਾਂ ਨੂੰ ਫਿਕਰ ਪੈ ਗਿਆ ਵੀ ਸਰਸੇ ਵਾਲੇ ਨੂੰ ਕਾਂਗਰਸ ਸਰਕਾਰ ਬਾਹਰ ਕੱਢ ਰਹੀ ਹੈ। ਅਸੀਂ ਵੀ ਕਹਿੰਦੇ ਆ, ਅਸੀਂ ਵੀ ਵਿਰੋਧੀ ਆ ਵੀ ਕਿਉਂ ਬਾਹਰ ਕੱਢ ਰਹੀ ਹੈ। ਤੇ ਪਰ ਜਿਨ੍ਹਾਂ ਕੋਲੇ ਜਾਂਚ ਦਾ ਮੌਕਾ ਸੀ, ਜਿਹੜੇ ਮੁਖੀ ਸੀ, ਜਿਨ੍ਹਾਂ ਦੇ ਹੱਥ ਵੱਸ ਸੀ ਸਾਰਾ ਕੁਝ, ਉਹਨਾਂ ਨੇ ਕਾਹਤੋਂ ਕੱਢਿਆ? ਉਹ ਇਹ ਸਵਾਲ ਦਾ ਜਵਾਬ ਦੇਣ। ਰੁਪਿੰਦਰ ਜੀ, ਮੰਨਿਆ ਕਿ ਸਿੱਖ ਪੰਥ ਦੇ ਰੋਹ ਅੱਗੇ ਤੁਹਾਨੂੰ ਛੱਡਤਾ, ਬਰੀ ਕਰਤਾ, ਜਿਹੜੇ ਪ੍ਰੇਮੀਆਂ ਦੀ ਗੱਲ ਕਰਦੇ ਆ, ਪਰਚੇ ਦਰਜ ਕਰਤੇ, ਜੇਲ੍ਹਾਂ 'ਚ ਤੁੰਨ ਤੇ ਸਭ ਕੁਝ ਹੋਇਆ, ਪਰ ਫਿਰ ਵੀ ਤੁਹਾਨੂੰ ਹੀ ਕਿਉਂ ਸਿੱਧੇ ਤੌਰ ਤੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ, ਨਿਸ਼ਾਨਾ ਬਣਾਇਆ ਜਾ ਰਿਹਾ? ਸਭ ਕੁਝ ਸ਼ਾਂਤ ਸੀ, ਠੀਕ ਹੈ ਕਿ ਬੇਅਦਬੀ ਨਹੀਂ ਹੋਣੀ ਚਾਹੀਦੀ, ਬੇਅਦਬੀ ਦੇ ਦੋਸ਼ੀ ਫੜੇ ਜਾਣੇ ਚਾਹੀਦੇ ਆ, ਪਰ ਤੁਹਾਨੂੰ ਹੀ ਕਿਉਂ ਵਾਰ-ਵਾਰ ਫਿਰ ਨਿਸ਼ਾਨਾ ਬਣਾਇਆ? ਦੇਖੋ ਜੀ, ਪਹਿਲਾਂ ਇਹਨਾਂ ਨੇ ਸਾਨੂੰ ਟਾਰਗੇਟ ਕੀਤਾ ਬੇਅਦਬੀ ਵਾਲੇ ਮਸਲੇ ਤੇ, ਉੱਥੇ ਹੁਣ ਉਹ ਆਪ ਹੀ ਬੋਲਿਆ ਕਾਤਾ ਸਾਹਿਬ ਤੇ ਆਪਦੇ ਮੂੰਹ ਹੀ। ਉਹ ਗੱਲ ਤਾਂ ਮੇਰੇ ਪ੍ਰਤੀ ਜ਼ਹਿਰ ਹੀ ਗਿਆ ਸੀ, ਪਰ ਗੁਰੂ ਨਾਨਕ ਸਾਹਿਬ, ਗੁਰੂ ਸਾਹਿਬ ਵੀ ਤਾਂ ਕੋਈ ਹੈ ਨਾ, ਉਹਦੀ ਕਰਤੇ ਦੀ ਵੀ ਤਾਂ ਹੈ ਨਾ ਗੱਲ। ਉਹਨੇ ਮੂੰਹੋਂ ਕਢਾਈ ਸਾਰੀ ਗੱਲ, ਉਹਨੇ ਸਾਰੀ ਪ੍ਰੇਮੀਆਂ ਦੀ ਦੱਸੀ ਵੀ ਉਹਨਾਂ ਨੇ ਐਂ ਬੇਅਦਬੀ ਕੀਤੀ, ਇੱਥੇ ਪਲਾਨ ਬਣਾਇਆ, ਐਂ ਸਰੂਪ ਚੋਰੀ ਕੀਤਾ, ਸਾਰਾ ਕੁਝ ਦੱਸਿਆ ਉਹਨੇ ਵੀ ਅਸੀਂ ਤਾਂ ਸ਼ੱਕ ਦੇ ਦਾਇਰੇ 'ਚ ਹੀ ਉਹਨਾਂ ਨੂੰ ਟਾਰਗੇਟ ਕਰਦੇ ਰਹੇ, ਘੁੱਟਦੇ ਰਹੇ, ਸਾਡੇ ਬਾਰੇ ਬੋਲਿਆ ਉਹ। ਹੁਣ ਸਾਰੇ ਲੋਕਾਂ ਨੂੰ ਕਿਹਾ ਉਹਨਾਂ ਨੇ, ਬਹੁਤ ਸਾਰੇ ਲੋਕਾਂ ਨੂੰ ਮੈਂ ਸਖਤੀ ਵਰਤਦਾ ਰਿਹਾ। ਹਾਂ, ਨਹੀਂ ਮੇਰੀ ਵੀ ਗੱਲ ਕੀਤੀ ਸੀ ਉਹਨੇ। ਚਲੋ ਸਾਰੇ 'ਚ ਹੀ ਆ ਜਾਂਦੇ ਆ, ਜਿੰਨੇ ਮੱਖਣ ਸਿੰਘ ਮੁਸਾਫਰ ਸਾਹਿਬ, ਮਤਲਬ ਕਿ ਕਿਹੜਾ ਸਿੱਖ ਨਹੀਂ ਸੀਗਾ ਜਿੰਨਾ ਚਿਰ ਬਾਦਲਾਂ ਦੀ ਸਰਕਾਰ ਰਹੀ ਆ। ਗਾਤਰੇ ਵਾਲੇ, ਕਿਰਪਾਨਾਂ ਵਾਲੇ, ਦਾੜੀਆਂ ਵਾਲੇ ਕੁੱਟੇ ਇਹਨਾਂ ਨੇ। ਜੇ ਖਰੜਾ ਚਾਹੁੰਦਾ, ਜੇ ਬਾਦਲ ਚਾਹੁੰਦਾ ਵੀ ਗੁਰੂ ਸਾਹਿਬ ਦੀ ਬੇਅਦਬੀ ਨਾ ਹੋਵੇ, ਤਾਂ ਇਹ ਬੇਅਦਬੀ ਨਹੀਂ ਹੋਣੀ ਸੀ। ਕਿਉਂ ਨਹੀਂ ਹੋਣੀ ਸੀ? 1 ਜੂਨ ਨੂੰ ਸਰੂਪ ਚੋਰੀ ਹੁੰਦੇ ਆ ਤੇ ਉੱਥੇ ਕਮੇਟੀ ਬਣਦੀ ਹੈ, ਜਿਹਦਾ ਮੈਂ ਵੀ ਮੈਂਬਰ ਸੀਗਾ ਜਥੇਬੰਦੀਆਂ ਵੱਲੋਂ। ਜਾਂਚ ਪੜਤਾਲ ਹੁੰਦੀ ਹੈ, ਗੁਰਦੇਵ ਪ੍ਰੇਮੀ ਦੀ ਪੁੱਛਗਿੱਛ ਹੁੰਦੀ ਹੈ। ਗੁਰਦੇਵ ਪ੍ਰੇਮੀ ਕਹਿੰਦਾ ਮੈਨੂੰ 1 ਵਜੇ ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਦਾ ਸਰੂਪ ਚੋਰੀ ਹੋ ਗਿਆ। ਹਾਲਾਂਕਿ ਜਿਹੜਾ ਉੱਥੋਂ ਦਾ ਵਜ਼ੀਰ ਆ ਗ੍ਰੰਥੀ ਸਿੰਘ ਆ, ਉਹਨੂੰ 3:30 ਵਜੇ ਪਤਾ ਲੱਗਦਾ। ਉਹ 4 ਵਜੇ, 3:30 4 ਵਜੇ ਹੋਕਾ ਦਿੰਦਾ ਵੀ ਆਹ ਘਟਨਾ ਵਾਪਰ ਗਈ, ਤੇ ਪ੍ਰੇਮੀ ਨੂੰ 1 ਵਜੇ ਕਿਵੇਂ ਪਤਾ ਲੱਗ ਗਿਆ?
ਅਸੀਂ ਉਹਦਾ ਇਸੇ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਚਰਨ ਸ਼ਰਮੇ ਨੂੰ ਇਸੇ ਖਰੜੇ ਨੂੰ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਹ ਗੁਰਦੇਵ ਪ੍ਰੇਮੀ ਦੀ ਪੁੱਛਗਿੱਛ ਕਰੋ। ਇੱਕ ਦਿਨ ਨਹੀਂ ਉਹਨੂੰ ਬੁਲਾਇਆ, ਜਿੰਨਾ ਚਿਰ ਬਾਦਲਾਂ ਦੀ ਸਰਕਾਰ ਰਹੀ ਇੱਕ ਦਿਨ ਨਹੀਂ ਬੁਲਾਇਆ। ਜੇ ਉਹਦੇ 25 ਤਰੀਕ ਨੂੰ ਉਹਨੂੰ ਬੁਲਾਉਂਦੇ, ਉਹਨੂੰ ਲਿਜਾਂਦੇ ਸੀਏ ਸਟਾਫ, ਉਹਨੇ ਸਾਰਾ ਕੁਝ ਦੱਸ ਦੇਣਾ ਸੀ ਵੀ ਐਂ ਆਹ ਫਲਾਣੇ ਬੰਦੇ ਆਏ ਸੀ, ਆਹ ਗੱਲ ਹੋਈ ਸੀ ਤੇ ਮਹਾਰਾਜ ਦੀ ਬੇਅਦਬੀ ਉੱਥੇ ਰੁਕ ਸਕਦੀ ਸੀਗੀ। ਪਰ ਇਹ ਬਾਦਲਾਂ ਨੇ ਰੋਕੀ ਨਹੀਂ, ਕਿਉਂ ਕਰਕੇ ਪੈਸੇ ਦਾ ਤੇ ਵੋਟਾਂ ਦਾ ਗੱਠ ਜੋੜ ਸੀ। ਇਹਨਾਂ ਨੂੰ ਮਹਾਰਾਜ ਨੇ ਥੋੜਾ ਫਿਕਰ, ਮਹਾਰਾਜ ਦੇ ਉੱਥੇ ਲਾਇਆ ਆਇਆ ਕੋਈ ਧਰਨੇ 'ਚ ਇਹਨਾਂ ਦਾ ਕੋਈ ਇੱਕ ਬੰਦਾ ਉੱਥੇ ਬੁਰਜਵਾਰ ਸਿੰਘ ਦਾ ਸੀਨੀਅਰ ਬੰਦਾ ਆਇਆ ਹੋਵੇ ਇਹਨਾਂ ਦਾ ਅਕਾਲੀ ਦਲ ਪਾਰਟੀ ਦਾ, ਪੰਥਕ ਪਾਰਟੀ ਘੁੰਮਦੇ ਆ, ਗੱਠ ਜੋੜ ਤਾਂ ਉਹਨਾਂ ਦੇ ਪੈਰਾਂ 'ਚ ਬਹਿੰਦੇ ਜਾ ਕੇ। ਉਹਨਾਂ ਨੂੰ ਤਾਂ ਪੋਸ਼ਾਕਾਂ ਦਿੱਤੀਆਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਾਉਣ ਲਈ, ਉਹਨਾਂ ਨੂੰ ਤਾਂ ਮਾਫੀਆਂ ਦਿੱਤੀਆਂ। ਮਾਫੀ ਕਿਹਨੇ ਦਿੱਤੀ ਆ? ਹੁਣ ਇਹਦੇ 'ਚ ਤਾਂ ਦੱਸ ਦਿਓ ਵੀ ਇਹਦੇ 'ਚ ਤਾਂ ਕੋਈ ਸਿੱਖ ਸੰਗਤ ਦਾ ਰੋਸ ਨਹੀਂਗਾ, ਰੋਲ ਨਹੀਂਗਾ, ਸਾਡਾ ਤਾਂ ਕੋਈ ਰੋਲ ਨਹੀਂਗਾ ਸੰਗਤ ਦਾ। ਸਾਰੇ ਪਾਸੇ ਸੰਗਤ ਹੀ ਥੋੜਾ ਮਾੜੀ ਹੋ ਗਈ, ਸਾਰੇ ਪਾਸੇ ਸੱਚੇ ਹੋ ਗਏ, ਇਹੀ ਸਿੱਖ ਆ ਬਸ। ਮਾਫੀਆਂ ਵੀ ਇਹ ਦੇਣ, ਸਿੱਖਾਂ ਦੇ ਗੋਲੀਆਂ ਵੀ ਇਹ ਚਲਾਉਣ, ਪੋਸਟਰਾਂ ਦੀ ਰਾਖੀ ਵੀ ਇਹ ਕਰਾਉਣ, ਫਿਲਮਾਂ ਵੀ ਇਹ ਚਲਾਉਣ, ਇਹੀ ਪੰਥ ਆ। ਹੁਣ ਇਹਨਾਂ ਦੇ ਨਵਾਂ ਕੰਮ ਹੈ ਜਿਹੜਾ ਇਹ ਫੜ ਲਿਆ, ਇਹਦੇ ਰਾਹੀਂ ਖੱਟੜੇ ਨੂੰ ਲਿਆਂਦਾ। ਇਹਨਾਂ ਨੂੰ ਹੁਣ ਆਏ ਆ ਜਿਹੜਾ ਤਾਂ ਬਾਦਲਾਂ ਦੀ ਲੱਥ ਲੋ ਲੰਘ ਗਿਆ ਉਹ ਤਾਂ ਪੰਥਕ ਆ, ਜਿਹੜਾ ਬਾਹਰ ਹੋ ਗਿਆ ਉਹ ਗਦਾਰ ਆ। ਆ ਜੰਗੀਰੋ ਵੇਖ ਇਹਦੇ 15-20 ਸਾਲ ਪਹਿਲਾਂ ਤਾਂ ਏਡੀਆਂ ਮੁੱਛਾਂ ਸੀਗੀਆਂ, ਦਾੜੀ ਸੀਗੀ, ਮਹਾਰਾਜ ਨੇ ਕੁਦਰਤ ਨੇ ਬਖਸ਼ੀ ਸੀ। ਤੇ ਅੱਜ ਕਿੱਥੇ ਆ ਉਹ ਵਧਣੀਆਂ ਚਾਹੀਦੀਆਂ ਸੀ, ਘਟਣੀਆਂ ਚਾਹੀਦੀਆਂ ਸੀ, ਕਿੱਥੇ ਆ ਉਹ? ਉਹਨੂੰ ਪ੍ਰਧਾਨ ਬਣਾਇਆ। ਹੁਣ ਤੁਸੀਂ ਆਪ ਹੀ ਲਾ ਲਓ ਨਾ ਫੈਸਲੇ ਕਿਹੋ ਜਿਹੇ ਹੋਣੇ ਉੱਥੇ। ਤੇ ਉਹਦੀ ਸ਼ਬਦਾਵਲੀ ਵੇਖੋ, ਇੱਕ ਪ੍ਰਧਾਨ ਦੀ ਮਾਂਝੀ ਸਾਂਝੀ ਪ੍ਰਚਾਰਕ ਨੂੰ ਇਦਾਂ ਬੋਲ ਰਹੀ, ਕਿਉਂ ਕਰਕੇ ਉਹਨੇ ਤਿੱਖੇ ਸਵਾਲ ਕੀਤੇ ਉਹਨੂੰ ਜਦੋਂ ਬੇਅਦਬੀ ਵਾਲੇ ਮਸਲੇ ਤੇ ਉਹ ਆਈ। ਉਦੋਂ ਤਾਂ ਉਹ ਬੋਲ ਨਹੀਂ ਸਕੀ ਕਿਉਂਕਿ ਸੰਗਤ ਸੀ, ਪਤਾ ਸੀ ਵੀ ਲੋਕ ਜੁੱਤੀਆਂ ਮਾਰਨਗੇ। ਹੁਣ ਆਪਦੀ ਸਟੇਜ ਤੇ ਜਿੱਥੇ ਪਤਾ ਵੀ ਆਪਣਾ ਹੀ ਰਾਹ ਚੱਲਣਾ, ਉੱਥੇ ਬੋਲਦੀ ਹੈ ਮਾਂਝੀ ਸਾਂਝੀ। ਇਹ ਹੈ ਇਹਨਾਂ ਦਾ ਰੁਤਬਾ। ਤੁਸੀਂ ਅਕਾਲੀ ਦਲ ਨੂੰ ਕਹਿ ਰਹੇ ਹੋ ਕਿ ਅਕਾਲੀ ਦਲ ਪ੍ਰੇਮੀਆਂ ਨੂੰ ਬਚਾਉਂਦੇ ਰਹੇ, ਸਰਸਿਆਲਾਂ ਨੂੰ ਬਚਾਉਂਦੇ ਰਹੇ, ਪਰ ਸੁਖਬੀਰ ਸਿੰਘ ਬਾਦਲ ਹੁਣੇ ਕਹਿੰਦੇ ਕਿ ਮੈਂ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ। ਹਰ ਮੰਥ ਮੈਂ ਦਰਬਾਰ ਸਾਹਿਬ ਜਾਂਦਾ, ਪਾਠ ਪੜ੍ਹਦਾ, ਕਰਦਾ, ਆਪ ਖੁਦ ਬਹੁਤ ਜ਼ਿਆਦਾ ਸਤਿਕਾਰ ਕਰਦਾ, ਸਾਰਾ ਪਰਿਵਾਰ ਅਸੀਂ ਜਾਂਦੇ ਹਾਂ। ਉਹ ਕਹਿੰਦੇ ਅਸੀਂ ਨਿਰੰਕਾਰੀ ਗੰਢ ਕਿਹਨੇ ਕਰਾਇਆ ਸੀ? ਉਹਨੂੰ ਉੱਥੋਂ 13 ਸਿੰਘਾਂ ਨੂੰ ਸ਼ਹੀਦ ਕਰਾ ਕੇ ਉਹਨੂੰ ਉਹ ਨੰਗ ਬਾਬੇ ਨੂੰ ਕਿਹੜੀ ਗੱਡੀ 'ਚ ਬਹਿ ਕੇ ਦਿੱਲੀ ਪਹੁੰਚਾਇਆ ਸੀ? ਕਿਹਨੇ ਪਹੁੰਚਾਇਆ ਸੀ? ਸਰਕਾਰ ਕਿਹਦੀ ਸੀ? ਜਿਹੜੇ ਬੱਸ 'ਚ ਸਰੂਪ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੱਕ ਨਹੀਂ ਮਿਲੇ, ਕਿੱਥੇ ਆ ਉਹ? ਕਿਹੜਾ ਸਤਿਕਾਰ ਕਰਦਾ? 328 ਸਰੂਪ ਕਿੱਥੇ ਆ? ਜਿਹੜੇ ਸਿੰਘ ਉੱਥੇ ਹਿਸਾਬ ਪੁੱਛਣਗੇ, ਮਾਰ ਡਾਂਗਾ ਤੁਸੀਂ ਉੱਥੋਂ ਭਜਾਏ, ਗੁੰਡਾਗਰਦੀ ਕਰਦੇ ਆ। ਕਿਹੜਾ ਇਹਨਾਂ ਨੂੰ ਮਹਾਰਾਜ ਦਾ ਸਤਿਕਾਰ ਤਾਂ ਦੱਸੋ ਨਾ ਮੈਨੂੰ, ਕਿਹੜਾ ਗੁਰੂ ਮਹਾਰਾਜ ਦਾ ਸਤਿਕਾਰ ਕਰਨ ਵਾਲਾ ਪੋਸ਼ਾਕਾਂ ਦਿੰਦਾ ਹੁੰਦਾ ਵੀ ਤੂੰ ਗੁਰੂ ਗੋਬਿੰਦ ਸਿੰਘ ਦੀ ਰੀਸ ਕਰ? ਮੈਨੂੰ ਗੱਲ ਦਾ ਜਵਾਬ ਤਾਂ ਸਾਹਮਣੇ ਤਾਂ ਬੈਠਣੇ ਇਹ, ਫਿਰ ਇਹ ਟੈਸਟਾਂ ਨਾਲ ਇਲਜ਼ਾਮ ਲਾਉਂਦੇ ਸੀ। ਜੇ ਸੁਖਬੀਰ ਬਾਦਲ ਆਪਦੇ ਅਸਲੇ ਦਾ ਪਿਓ ਦਾ ਤਾਂ ਮੇਰੇ ਨਾਲ ਉਸੇ ਚੌਂਕ ਕੋਟਕਪੂਰੇ 'ਚ ਆ ਕੇ ਬੈਠੇ, ਰਾਮ ਰਹੀਮ ਨੂੰ ਲਿਆਵੇ, ਤਿੰਨੇ ਬਹਿੰਦੇ ਆ ਉੱਥੇ, ਟੈਸਟ ਇੱਕ ਦੇ ਵੀ 50-50 ਟੈਸਟ ਹੋਣ, ਸਵਾਲ ਹੁਣ ਸੰਗਤ ਦੇ ਵਿੱਚ ਝੂਠ ਫੜਨ ਵਾਲੀਆਂ ਮਸ਼ੀਨਾਂ ਰੱਖੀਆਂ ਹੋਣ ਵੀ ਤੂੰ ਦੱਸ ਕਿਹਦੇ ਕਹਿਣ ਤੇ ਬੇਅਦਬੀ ਹੋਈ ਹੈ, ਕਿੰਨੇ ਪੈਸੇ ਲਏ ਆ, ਆਹ ਪੋਸ਼ਾਕ ਕਿਹਦੇ ਕਹਿਣ ਤੇ ਦਿੱਤੀ ਸੀ, ਆ ਜਿਹੜਾ ਪੋਸ਼ਾਕ ਦਾ ਪਰਚਾ ਹੋਇਆ ਸੀ ਕਿਹਦੇ ਕਹਿਣ ਤੇ ਤੂੰ ਵਾਪਸ ਲਿਆ, ਆ ਜਿਹੜੇ ਇਸ਼ਤਿਹਾਰਾਂ ਦੀ, ਫਿਲਮਾਂ ਦੀ, ਪੋਸਟਰਾਂ ਦੀ, ਸਰਸਿਆਂ ਦੀ ਰਾਖੀ ਕਰਦੇ ਰਹੇ ਕਿਹਦੇ ਕਹਿਣ ਤੇ ਹੋਈ, ਗੋਲੀ ਕਿਹਦੇ ਕਹਿਣ ਤੇ ਚਲਾਈ ਹੈ, ਸਾਰਾ ਕੁਝ ਪੁੱਛਣ ਕਲੀਅਰ ਇੱਕ ਮਿੰਟ 'ਚ ਹੋ ਜੂ। ਆਉਣ ਤਾਂ ਸਰੀ, ਬਹਿਣ ਤਾਂ ਸਰੀ। ਇਹ ਕਹਿੰਦੇ ਰੁਪਿੰਦਰ ਨੇ ਜਵਾਬ ਦਿੱਤਾ ਮੈਨੂੰ ਇੱਕ ਥਾਂ ਤੇ ਦੱਸਣ ਵੀ ਕਿਤੇ ਮੈਂ ਉਹ ਇੱਕ ਏਜੰਟਾ ਉੱਠਿਆ ਆਸਟ੍ਰੇਲੀਆ ਵਾਲਾ ਪਿੱਛੇ ਠਾਇਆ ਸੀ ਇਹਨਾਂ ਨੇ ਪੈਸੇ ਦੇ ਕੇ, ਉਹ ਕਹਿੰਦਾ ਸੀ ਰੁਪਿੰਦਰ ਨੇ ਹਾਈ ਕੋਰਟ 'ਚ ਸਟੇ ਲਈ ਹੈ, ਤੇ ਮੈਨੂੰ ਇੱਕ ਵੀ ਕਾਗਜ਼ ਦਿਖਾ ਦੇਣ ਮੈਂ ਕਿਤੇ ਜਵਾਬ ਦਿੱਤਾ ਹੋਵੇ ਜਾਂ ਮੈਂ ਸਟੇ ਲਈ ਹੋਵੇ। ਨਾਰਕੋ ਟੈਸਟ ਤੇ ਕੋਈ ਸਟੇ ਨਹੀਂ। ਮੈਂ ਕਹਿੰਦਾ ਅੱਜ ਵੀ ਤਿਆਰ ਆ, ਨਾਲੇ ਅੱਜ ਤਾਂ ਇਹ ਆਪ ਮੰਨਦੇ ਨੇ ਵੀ ਸਰਸਿਆਲਾਂ ਨੇ ਬੇਅਦਬੀ ਕੀਤੀ, ਸਾਰਾ ਕੁਝ ਕਲੀਅਰ ਹੋ ਗਿਆ, ਚਲਾਨ ਹੋ ਗਏ, ਤੇ ਪਰ ਮੈਂ ਅੱਜ ਵੀ ਤਿਆਰ ਆ। ਬੈਠੇ ਤਾਂ ਸਰੀ ਸੁਖਬੀਰ ਉੱਥੇ ਚੌਂਕ 'ਚ ਆ ਕੇ। ਤਿੰਨਾਂ ਦਾ ਚਾਹੁੰਦੇ ਆ ਤੁਸੀਂ ਵੀ ਨਾਰਕੋ ਟੈਸਟ ਸੁਖਬੀਰ ਸਿੰਘ ਬਾਦਲ ਤੇ ਬਿਲਕੁਲ ਰਾਮ ਰਹੀਮ ਨੂੰ ਲਿਆਉਣ, ਜਿਹਦੇ ਉਹਨੇ ਹੀ ਦੱਸਣਾ ਨਾ ਅਸਲ ਵਿੱਚ ਤਾਂ। ਹੁਣ ਰਾਮ ਰਹੀਮ ਨੂੰ ਖਰੜੇ ਨੇ ਕਿਉਂ ਨਹੀਂ ਲਿਆਂਦਾ? ਜਦੋਂ ਰਾਮ ਰਹੀਮ ਦੇ ਚੱਡੇ ਪਾੜੇ ਜਾਂਦੇ ਉਹਨੇ ਸੁਖਬੀਰ ਨੂੰ ਉਹਦੀ ਚੀਕ ਮਾਰ ਕੇ ਦੱਸਣਾ ਵੀ ਮੈਂ ਤਾਂ ਸੁਖਬੀਰ ਨਾਲ ਮੇਰਾ ਤਾਂ ਗੱਠ ਜੋੜ ਸੀਗਾ, ਮੈਂ ਤਾਂ ਉਹਦੇ ਸ਼ਹਿ ਤੇ ਕੀਤਾ। ਇਹ ਸਾਰਾ ਕੁਝ ਹੋਇਆ ਕਿਹਦੀ ਸ਼ਹਿ ਤੇ? ਸਰਸਿਆਲਿਆਂ ਦੀ ਇੰਨੀ ਔਕਾਤ ਨਹੀਂ ਸੀਗੀ ਇਹਨਾਂ ਦੀ ਪ੍ਰੇਮੀਆਂ ਦੀ ਵੀ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਨੂੰ ਹੱਥ ਲਾਉਂਦੇ। ਉਹ ਸਾਰੀ ਇਹਨਾਂ ਨੇ ਸ਼ਹਿ ਦਿੱਤੀ, ਖੁੱਲ੍ਹ ਦਿੱਤੀ, ਉਹਨਾਂ ਦੀ ਫਿਲਮਾਂ ਲਵਾਉਣ ਲਈ ਖੁੱਲ੍ਹ ਦਿੱਤੀ। ਉਹਨਾਂ ਨੂੰ ਅਸੀਂ ਧਰਨਾ ਲਾਉਂਦੇ ਸੀ, ਸਾਡੇ ਡਾਂਗਾ ਮਾਰਦੇ ਸੀ ਪਹਿਲਾਂ ਵੀ, ਜਿੱਥੇ ਪ੍ਰੇਮੀ ਲਾਉਂਦੇ ਹੁੰਦੇ ਸੀ ਉੱਥੇ ਸਿਕਿਉਰਿਟੀ ਲਾ ਦਿੰਦੇ ਸੀ। ਇਹ ਪੰਥਕ ਸਰਕਾਰ, ਇਹਨਾਂ ਨੂੰ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ। ਇਹ ਇੱਕ ਗੱਲ ਦਾ ਜਵਾਬ ਤਾਂ ਦੇਣ। ਹੁਣ ਜੰਗੀਰੋ ਬੋਲੀ, ਕਹਿੰਦੀ ਜਿੰਨੇ ਪੰਥਕ ਸੀ ਆਹ ਮਾਂਝੀ ਸਾਂਝੀ ਪ੍ਰਚਾਰਕ ਦੂਜੇ ਤੀਜੇ ਇਹ ਸਾਰੇ ਦੋਖੀ ਆ, ਕਹਿੰਦੇ ਬੇਦਬੀ ਦੇ, ਵੀ ਜਿਨ੍ਹਾਂ ਨੇ ਡਾਂਗ ਦਿੱਤੀ ਤੈਨੂੰ ਕੰਮ ਮਜਬੂਰ ਕੀਤਾ ਵੀ ਫੜੋ ਦੋਸ਼ੀ, ਉਹ ਆਪੇ ਦੋਖੀ ਆ। ਹੁਣ 328 ਸਰੂਪ ਵਾਲਾ ਮਸਲਾ ਤਾਂ ਇਹਨਾਂ ਦੇ ਆਪਦੇ ਘਰ ਦਾ ਹੀ ਸੀ, ਉਹ ਕਿੱਥੇ ਆ? ਉੱਥੇ ਤਾਂ ਨਹੀਂ ਅਸੀਂ ਕਿਸੇ ਨੇ ਰੋਕ ਟੋਕ ਕੀਤੀ, ਉਹ ਤਾਂ ਇਹਨਾਂ ਕੋਲੇ ਆ, ਕਲਮ ਵੀ ਇਹਨਾਂ ਕੋਲੇ, ਹਿਸਾਬ ਵੀ ਇਹਨਾਂ ਕੋਲੇ ਆ, RS ਨੂੰ ਭੇਜੇ, ਕਿੰਨੇ ਭੇਜੇ, ਉਹ ਦੱਸਣ ਸਾਰਾ ਕੁਛ, ਕਿੱਥੇ ਕਿੱਥੇ ਸਰੂਪ ਆ ਉਹ। ਬਿਲਕੁਲ ਵੱਡੇ ਸਵਾਲ ਆ। ਮੱਖਣ ਜੀ, ਜਿਹੜਾ ਪੰਥਕ ਇਕੱਠ ਇਹ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ, ਤੁਸੀਂ ਵੀ ਇੱਕ ਜਾਂਚ ਦਾ ਹਿੱਸਾ ਸੀ, ਤੁਸੀਂ ਵੀ ਇਸ ਵਿੱਚ ਜਿਹੜਾ ਵੱਡਾ ਯੋਗਦਾਨ ਪਾ ਸਕਦੇ ਸੀ, ਤੁਹਾਨੂੰ ਨਹੀਂ ਬੁਲਾਵਾ ਆਇਆ? ਉਹਨੂੰ ਮੈਂ ਤਾਂ ਪੰਥਕ ਇਕੱਠ ਕਹਿੰਦਾ ਨਹੀਂ, ਉਹ ਬਾਦਲ ਇਕੱਠ ਸੀ। ਉਹ ਪੰਥਕ ਇਕੱਠ ਉਹ ਹੁੰਦਾ ਜਿੱਥੇ ਪੰਥ ਦੇ ਨੁਮਾਇੰਦਾ ਪਹੁੰਚਣ, ਜਿੱਥੇ
ਪੰਥ ਨੂੰ ਖੁੱਲਾ ਸੱਦਾ ਹੋਵੇ ਤੇ ਹਰ ਇੱਕ ਪੰਥ ਦਾ ਨੁਮਾਇੰਦਾ ਜਿਹੜਾ ਹੈ ਬਿਨਾਂ ਹੈ ਝਿਜਕ ਤੋਂ ਉੱਥੇ ਪਹੁੰਚ ਸਕਦਾ ਹੋਵੇ। ਇਸ ਕਰਕੇ ਨਾ ਤਾਂ ਉੱਥੇ ਸੱਦਾ ਬੁਲਾਵਾ ਆਇਆ ਸੀ ਪੰਥ ਨੂੰ ਸੀ, ਸੱਦਾ ਬੁਲਾਵਾ ਇੱਕ ਮਾਈਂਡਡ ਬੰਦਿਆਂ ਨੂੰ ਸੀ, ਇੱਕ ਮੱਤੀਏ ਬੰਦਿਆਂ ਨੂੰ ਸੀ। ਤੇ ਉੱਥੇ ਇੱਕ ਸੀਨੀਅਰ ਜੂਨੀਅਰ ਵਾਲਾ ਮਸਲਾ ਸੀ। ਜਿੱਥੇ ਸੀਨੀਅਰ ਜੂਨੀਅਰ ਵਾਲਾ ਮਸਲਾ ਹੁੰਦਾ ਹੈ ਉੱਥੇ ਗਲਤ ਗੱਲ ਤੇ ਕਟਾਕਸ਼ ਨਹੀਂ ਕੀਤਾ ਜਾਂਦਾ ਹੁੰਦਾ। ਜਿੱਥੇ ਸੀਨੀਅਰ ਜੂਨੀਅਰ ਦਾ ਮਸਲਾ ਨਹੀਂ ਹੈ, ਸਾਂਝੀ ਇਕੱਤਰਤਾ ਹੈ, ਉੱਥੇ ਸਹੀ ਤੇ ਗਲਤ ਤੇ ਕਟਾਕਸ਼ ਹੋਊਗਾ। ਕਿਉਂਕਿ ਜੂਨੀਅਰ ਨੇ ਸੀਨੀਅਰ ਦਾ ਥੋੜਾ ਮੂੰਹ ਫਟਕਾਰ ਦੇਣਾ। ਜਿੱਦਾਂ ਬੀਬੀ ਜੰਗੀਰ ਕੌਰ ਬੋਲੀ ਆ ਉੱਥੇ, ਤੇ ਜੇ ਉੱਥੇ ਪੰਥਕ ਇਕੱਠ ਹੁੰਦਾ, ਪੰਥ ਦੇ ਨੁਮਾਇੰਦੇ ਹੁੰਦੇ, ਤਾਂ ਕੀ ਉਹ ਲਗਾਤਾਰ ਬੋਲਦੀ ਰਹਿੰਦੀ? ਕਿ ਲਗਾਤਾਰ ਜਿਵੇਂ ਉਹਨੇ ਪੜਾਸ ਕੱਢੀ ਹੈ, ਜਿਵੇਂ ਉਹਨੇ ਬਕਾਬਕ ਕੀਤੀ ਹੈ, ਕਿ ਲਗਾਤਾਰ ਉਹਦੀ ਬਕਾਬਕ ਚੱਲਦੀ ਰਹਿੰਦੀ ਜਾਂ ਸਾਹਮਣੇ ਪੰਥ ਬੈਠਾ ਸੁਣਦਾ ਰਹਿੰਦਾ? ਜਿਵੇਂ ਉਹਨੇ ਰਣਬੀਰ ਸਿੰਘ ਖਰੜਾ ਕਹਿੰਦਾ ਨਿੱਫ 'ਚ ਅੰਗ ਲੱਗ ਗਿਆ ਰੁਪਿੰਦਰ ਸਿੰਘ, ਜਗੀਰ ਕੌਰ ਉਸ ਤੋਂ ਉਹਦੇ ਗਾਂ 2 ਛਾਲਾਂ ਮਾਰ ਕੇ ਟੱਪੜ ਕੇ, ਗੁੰਡੇ ਬੰਦੇ ਇਦਾਂ ਹੀ ਕਰਦੇ ਹੁੰਦੇ, ਉਹਨੇ 2 ਛਾਲਾਂ ਹੋਰ ਗਾਂ ਕਸ਼ਹਿਰੇ 'ਚ ਅੰਗ ਪਾ ਕੇ ਲੈ ਗਏ। ਜਗੀਰ ਕੌਰ ਇਦਾਂ ਕਹਿੰਦੀ ਕਸ਼ਹਿਰੇ 'ਚ ਮਹਾਰਾਜ ਦੇ ਅੰਗ ਤੋਂ ਨਹੀਂ ਫਿਰਦੇ। ਇੱਦਾਂ ਦੀ ਰਫ, ਇੱਦਾਂ ਦੀ ਭੱਦੀ ਸ਼ਬਦਾਵਲੀ ਤੁਸੀਂ ਜੇਕਰ ਉਹਨੂੰ ਜੱਜ ਕਰੋਗੇ, ਜੇਕਰ ਤੁਸੀਂ ਬੀਬੀ ਜੰਗੀਰ ਕੌਰ ਦੀ ਸਪੀਚ ਨੂੰ ਜੱਜ ਕਰੋਗੇ ਨਾ, ਤੇ ਤੁਹਾਨੂੰ ਉਹਦੇ ਵਿੱਚੋਂ ਨਿਰੀ ਜ਼ਹਿਰ ਤੇ ਨਿਰੀ ਅੱਗ ਉਗਲਦੀ ਹੋਈ ਨਜ਼ਰ ਪਊਗੀ। ਉਹ ਜ਼ਹਿਰ ਉਗਲ ਰਹੀ ਆ ਉਹ। ਤੇ ਜ਼ਹਿਰ ਉਹ ਕਿਹੜੀ ਆ? ਜਦੋਂ ਉਹਨੂੰ ਬੈਠੇ ਤੋਂ ਪੰਥਕ ਪ੍ਰਚਾਰਕ ਜਿਹੜੇ ਆ ਉਹ ਉਹਨੂੰ ਸਵਾਲ ਕਰਦੇ ਆ, ਉਹਦੇ ਉੱਪਰ ਉਹ ਨੁਮਾਇੰਦਾ ਹੈ, ਉਹ ਮੁਖੀ ਹੈ ਸ਼੍ਰੋਮਣੀ ਕਮੇਟੀ ਦੀ, ਉਹਦੇ ਉੱਪਰ ਸਵਾਲ ਕੀਤੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਸਲੇ ਹਰਜਿੰਦਰ ਸਿੰਘ ਮਾਝੀ ਠਾਉਂਦਾ, ਉਹ ਤਾਂ ਭਿੱਜੀ ਬਿੱਲੀ ਬਣ ਕੇ ਬੈਠੀ ਰਹਿੰਦੀ ਹੈ। ਇੱਕ ਰਾਜਨੀਤਿਕ ਦਾ ਪੇਚ ਵਰਤ ਕੇ ਉਹ ਚੁੱਪ ਪੈਂਦੀ ਹੈ, ਆਰਾਮ ਨਾਲ ਬੈਠੀ ਰਹਿੰਦੀ ਹੈ। ਤੇ ਫਿਰ ਜਦੋਂ ਆਪਣੇ ਘੋਰ ਨੇ ਜਾ ਕੇ ਵੜ ਜਾਂਦੀ ਹੈ, ਫਿਰ ਉੱਥੇ ਜਾ ਕੇ ਬੁੱਕਦੀ ਜਾ ਕੇ। ਇਹ ਕਹਿਣ ਦਾ ਭਾਵ ਆ, ਇਹ ਸਾਰੀ ਦੀ ਸਾਰੀ ਜ਼ਹਿਰ ਉਗਲੀ ਉੱਥੇ ਬੀਬੀ ਜਗੀਰ ਕੌਰ ਨੇ, ਜਿਹੜੀ ਕਿ ਇਹ ਸਾਫ਼ ਕਰਦੀ ਹੈ ਇੱਕ ਧਿਰ ਦਾ ਸੀ, ਇੱਕ ਮੱਤ ਦਾ ਇਕੱਠ ਸੀ। ਤੇ ਜਥੇਦਾਰ ਹਰਪ੍ਰੀਤ ਸਿੰਘ ਨੇ, ਜਿਹੜਾ ਇਹ ਬੁਲਾਵਾ ਹੈ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸੀ, ਉਹਨਾਂ ਵੱਲੋਂ ਇਹ ਇਕੱਤਰਤਾ ਕੀਤੀ ਗਈ ਸੀ ਬੇਅਦਬੀ ਦੇ ਮਸਲੇ ਤੇ। ਤੁਹਾਨੂੰ ਭਿਣਕ ਸੀ ਇਸ ਚੀਜ਼ ਦੀ ਕਿ ਉੱਥੇ ਇਕੱਠ ਹੋਣ ਜਾ ਰਿਹਾ? ਨਹੀਂ, ਸਾਨੂੰ ਭਿਣਕੋਂ ਦੀ ਫਿਰ ਅਸੀਂ ਪਹੁੰਚਦੇ। ਜੇ ਸਾਨੂੰ ਹੁੰਦਾ ਹੈ ਵੀ ਉੱਥੇ ਸੱਦਾ ਬੁਲਾਵਾ ਆਇਆ, ਸਾਰਾ ਪੰਥ ਪਹੁੰਚੇ, ਤੇ ਫਿਰ ਅਸੀਂ ਪਹੁੰਚਦੇ। ਪਰ ਉਹ ਇੱਕ ਸੁਨੇਹੇ ਦੇ ਰੂਪ ਦੇ ਵਿੱਚ ਜਿਹੜਾ ਉਹ ਇਕੱਤਰਤਾ ਬੁਲਾਈ ਗਈ ਇੱਕ ਮਾਈਂਡਡ, ਇੱਕ ਮੱਤੀਏ ਬੰਦਿਆਂ ਦੀ ਜਥੇਦਾਰ ਸਾਹਿਬ ਦੇ ਵੱਲੋਂ। ਪਰ ਇਸ ਗੱਲ ਤੇ ਸਵਾਲ ਵੀ ਹੈ, ਜਥੇਦਾਰ ਸਾਹਿਬ, ਚਲੋ ਹਰਪ੍ਰੀਤ ਸਿੰਘ ਜੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਤੇ ਉਸ ਵਕਤ ਮੇਰੇ ਖਿਆਲ ਜੇ ਮੈਂ ਨਾ ਭੁੱਲਦਾ ਹਾਂ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਹ। ਤੇ ਇੱਥੋਂ ਦੇ ਜਥੇਦਾਰ ਜਿਸ ਵਕਤ ਬੇਦਬੀ ਹੁੰਦੀ ਆ, ਉਦੋਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸੀ ਇੱਥੇ, ਗਿਆਨੀ ਸ਼ਾਇਦ ਹੈਡ ਗ੍ਰੰਥੀ ਹੋ ਮੁਕਤਸਰ ਸਾਹਿਬ। ਕਹਿਣ ਦਾ ਭਾਵ ਇਸ ਜਮਾਤ ਦੇ ਵਿੱਚ ਉਹ ਕਿਤੇ ਨਾ ਕਿਤੇ ਹਿੱਸਾ ਸੀ ਸ਼੍ਰੋਮਣੀ ਕਮੇਟੀ ਦੇ ਵਿੱਚ। ਤੇ ਗੱਲ ਆਪਾਂ ਕਰਨੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ। ਸ਼੍ਰੀ ਅਕਾਲ ਤਖਤ ਸਾਹਿਬ ਨੇ 2015 1 ਜੂਨ 2015 ਤੋਂ ਲੈ ਕਰਕੇ ਹੁਣ ਤੱਕ ਇਸ ਇਕੱਤਰਤਾ ਤੋਂ ਪਹਿਲਾਂ ਕਿਹੜੀ ਇਕੱਤਰਤਾ ਬੁਲਾਈ ਹੈ? ਜਿੱਥੇ ਚਿੰਤਨ ਮੰਥਨ ਕੀਤਾ ਜਾ ਰਿਹਾ ਹੋਵੇ, ਜਾਂ ਜਿਸ ਵਕਤ ਬਾਦਲਾਂ ਦੀ ਸਰਕਾਰ ਗੁਰਸਿੱਖਾਂ ਨੂੰ ਕੁੱਟ ਰਹੀ ਸੀ, ਮਾਰ ਰਹੀ ਸੀ, ਉਦੋਂ ਇਸ ਜਥੇਦਾਰ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਕੱਤਰਤਾ ਬੁਲਾਈ ਹੋਵੇ। ਇਸ ਗੱਲ ਦਾ ਜਿਹੜਾ ਚਿੰਤਾ ਕਰਕੇ ਬਈ ਲਗਾਤਾਰ ਗੁਰਸਿੱਖਾਂ ਦੇ ਨਾਮ ਆ ਰਹੇ ਆ, ਲਗਾਤਾਰ ਗੁਰਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਇਹਦੇ ਵਿੱਚ ਬਹੁਤ ਵੱਡੀ ਬਦਨਾਮੀ ਹੈ ਪੰਥ ਦੀ। ਇੱਕ ਚਿੰਤਾ ਦਾ ਵਿਸ਼ਾ ਸੀ, ਇਹ ਛੋਟੀ ਗੱਲ ਨਹੀਂ ਸੀ, ਬਹੁਤ ਵੱਡੀ ਗੱਲ ਸੀ ਕਿ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ, ਬੇਅਦਬੀਆਂ ਦੇ ਕੇਸ ਇਨਵੈਸਟੀਗੇਟ ਕੀਤੇ ਜਾ ਰਹੇ ਆ, ਪਰ ਜਿਹੜੇ ਬੰਦਿਆਂ ਨੂੰ ਫੜਿਆ ਜਾ ਰਿਹਾ, ਜਿਹੜੇ ਬੰਦਿਆਂ ਨੂੰ ਲਿਆ ਜਾ ਰਿਹਾ, ਉਹ ਗੁਰਸਿੱਖੀ ਆ ਰਹੇ ਸਾਰੇ। ਵੀ ਇਹ ਕਿਉਂ ਹੋ ਰਿਹਾ? ਇਹ ਕੋਈ ਸਰਕਾਰ ਕਰ ਰਹੀ ਹੈ ਜਾਂ ਪੁਲਿਸ ਕਰ ਰਹੀ ਹੈ, ਜਾਂ ਇਹਦੇ ਪਿੱਛੇ ਕੋਈ ਹੋਰ ਮਕਸਦ ਹੈ, ਜਾਂ ਰਾਮ ਰਹੀਮ ਕਰਵਾ ਰਿਹਾ? ਕੌਣ ਕਰਵਾ ਰਿਹਾ? ਇਹ ਕੀ ਸੱਚਮੁੱਚ ਹੀ ਗੁਰਸਿੱਖ ਇਦਾਂ ਦੇ ਕਿ ਜਾਂ ਨਾ ਲੱਗ ਰਹੇ ਉਹਨਾਂ ਦੇ? ਇਦਾਂ ਦਾ ਚਿੰਤਨ ਮੰਥਨ ਕਰਨ ਵਾਸਤੇ ਉੱਥੇ ਇੱਕ ਬੈਠਕ ਚਾਹੀਦੀ ਸੀ, ਸਾਂਝੀ ਇਕੱਤਰਤਾ ਚਾਹੀਦੀ ਸੀ, ਜਦ ਕਿ ਨਹੀਂ ਬੁਲਾਈਗੀ। ਕਿਉਂ ਨਹੀਂ ਬੁਲਾਈਗੀ? ਕਿਉਂਕਿ ਸਾਰਾ ਜਿਹੜਾ ਤਾਣਾ ਬਾਣਾ ਕੀਤਾ ਜਾ ਰਿਹਾ ਸੀ, ਉਹ ਸਾਰੀ ਉਹ ਧਿਰ ਦਾ ਸਿਸਟਮ ਹਿੱਸਾ ਹੈ, ਉਹ ਉਹਦੇ ਉੱਪਰ ਕਾਬਜ਼ ਹੈ। ਉਹ ਧਿਰ ਜਿਹੜੀ ਸਾਰਾ ਕੁਝ ਕਰ ਰਹੀ ਸੀ, ਸ਼੍ਰੋਮਣੀ ਕਮੇਟੀ ਤੋਂ ਕਾਬਜ਼ ਸੀ, ਤਾਂ ਕਰਕੇ ਜ਼ਿੰਦੇ ਲੱਗੇ ਰਹੇ ਬੁੱਲਾਂ ਨੂੰ, ਤਾਲੇ ਲੱਗੇ ਰਹੇ ਬੁੱਲਾਂ ਨੂੰ। ਜਿਹੜੀ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਇਹ ਕਿਉਂ ਹੋਇਆ, ਇਹ ਸਾਰਾ ਕੁਝ ਕਿਉਂ ਨਹੀਂ ਇਨਸਾਫ ਮਿਲਿਆ, ਕਿਉਂ ਨਹੀਂ ਇੱਦਾਂ ਹੋਇਆ? 1 ਜੂਨ ਨੂੰ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਹੈ। ਬੇਅਦਬੀ ਕਿੰਨੀ ਤਰੀਕ ਨੂੰ ਹੁੰਦੀ ਹੈ? 12 ਅਕਤੂਬਰ ਨੂੰ। 1 ਜੂਨ 2015 ਨੂੰ ਸਰੂਪ ਚੋਰੀ ਹੁੰਦਾ ਹੈ। ਮਹਾਰਾਜ ਸਰੂਪ ਦੀ ਜਿਹੜੀ ਬੇਅਦਬੀ ਆ ਉਹ 12 ਅਕਤੂਬਰ 2015 ਨੂੰ ਹੁੰਦੀ ਹੈ। ਕਿੰਨਾ ਗੈਪ ਪੈ ਗਿਆ? 5 ਮਹੀਨੇ ਦਾ ਗੈਪ ਪੈ ਗਿਆ। 5ਵੇਂ ਮਹੀਨੇ ਜਾ ਕੇ ਮਹਾਰਾਜ ਸਰੂਪ ਦੀ ਬੇਅਦਬੀ ਹੁੰਦੀ ਹੈ। ਉਸ ਜੇ ਮੈਂ ਨਾ ਭੁੱਲਦਾ ਵਾਂ, ਸ਼ਾਇਦ ਸਤੰਬਰ ਦੀ 26-27 ਤਰੀਕ ਹੋਣੀ ਹੈ, ਰੁਪਿੰਦਰ ਸਿੰਘ 24-25 ਤਰੀਕ, ਜਿਸ ਦਿਨ ਉਹ ਪੋਸਟਰ ਲੱਗਦਾ ਪ੍ਰੇਮੀਆਂ ਦਾ ਵੀ ਇਹ ਸਰੂਪ ਬਗਰਾੜੀ 'ਚ ਹੀ ਹੈ, ਲੱਭ ਕੇ ਵਿਖਾ ਦਿਓ ਤੇ ਅਸੀਂ ਤੁਹਾਨੂੰ ਨਾਮ ਦੇਵਾਂਗੇ 2 ਲੱਖ 5 ਲੱਖ ਇਦਾਂ ਕਰਕੇ। ਉਹ 'ਚ ਗਾਲਾਂ ਵੀ ਲਿਖੀਆਂ ਸੀ ਪੰਥ ਪ੍ਰਚਾਰਕਾਂ ਵਾਸਤੇ। ਕਹਿਣ ਦਾ ਭਾਵ ਜਿਹੜਾ ਬੰਦਾ ਅੱਜ ਪ੍ਰੇਮੀ ਫੜੇ ਆ ਨਾ, ਅੱਜ ਪ੍ਰੇਮੀ ਫੜੇ ਆ, ਉਹ ਪ੍ਰੇਮੀਆਂ ਦੇ ਨਾਂ ਤੇ ਪਰਚੀ ਲੱਗਦੀ ਹੈ ਵੀ ਸਾਡੇ ਕੋਲ ਸਰੂਪ ਆ, ਤੁਸੀਂ ਲੱਭ ਕੇ ਵਿਖਾਓ। ਕੀ ਪੁਲਿਸ ਨੇ, ਕੀ ਰਣਵੀਰ ਸਿੰਘ ਖਰੜਾ ਉਦੋਂ ਔਨ ਡਿਊਟੀ ਸੀ ਨਾ, ਕੀ ਉਹਦੇ ਬਗਰਾੜੀ ਦੀਆਂ ਗਲੀਆਂ ਛਾਣੀਆਂ? ਕੀ ਉਹਦੇ ਬਗਰਾੜੀ ਦੇ ਘਰ ਛਾਣੇ? ਨਹੀਂ। ਕੀ ਬਗਰਾੜੀ ਦੇ ਲੋਕਾਂ ਨੂੰ ਆ ਕੇ ਆਖਿਆ ਕਿ ਜੇਕਰ ਸਰੂਪ ਇੱਥੋਂ ਨਿਕਲ ਆਏ ਤੇ ਤੁਹਾਡੀ ਖੈਰ ਨਹੀਂ ਆ, ਵੀ ਸਖਤ ਐਕਸ਼ਨ ਲਵਾਂਗੇ? ਮੈਨੂੰ ਯਾਦ ਆ, ਸਾਲ ਤਾਂ ਮੈਨੂੰ ਯਾਦ ਨਹੀਂ ਹੈ,
ਪਰ 2015 ਤੋਂ ਪਹਿਲਾਂ 5-7 ਸਾਲ ਦੀ ਗੱਲ ਹੈ, ਲਾਗੇ ਪਿੰਡ ਆ ਵੈਰੋਕਿਆਂ ਦੇ ਨਾਲ, ਪਿੰਡ ਸਮਾਲਸਾ ਦੇ ਨਾਲ ਵੈਰੋਕੇ ਦੇ ਨਾਲ ਮਾੜੀ ਮੁਸਤਫਾ ਪਿੰਡ ਹੈ ਜੀ ਉੱਥੇ ਇੱਕ ਗੁਰਦੁਆਰਾ ਸਾਹਿਬ ਆ ਆਪਣਾ ਬੌਰੀਏ ਸਿੱਖਾਂ ਦਾ ਬਣਿਆ ਹੋਇਆ, ਉਹਨਾਂ ਦਾ ਵੱਖਰਾ, ਤੁਹਾਨੂੰ ਸਰਪੰਚ ਵੀ ਉਹਨਾਂ ਦਾ ਵੱਖਰਾ, ਉਹਨਾਂ ਦਾ ਪਿੰਡ ਬਣਿਆ ਹੋਇਆ। ਉਹਨਾਂ ਦੇ ਇੱਕ ਕਮੇਟੀ ਦਾ ਕੋਈ ਰੌਲੇ ਤੇ ਚੱਲਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਉੱਥੇ ਚੋਰੀ ਹੋ ਗਏ। ਕੋਈ ਆਪਸੀ ਉਹਨਾਂ ਦਾ ਜਿਹੜਾ ਰੌਲਾ ਸੀ ਕਮੇਟੀ ਦਾ ਕਿ ਮੈਂ ਪ੍ਰਧਾਨ ਬਣਨਾ, ਮੈਂ ਅੱਗੋਂ ਨੂੰ ਕੁਝ ਕਹਿਣ ਦਾ ਪਵੇ, ਇੱਦਾਂ ਰੌਲਾ ਸੀ ਕਮੇਟੀ ਦਾ ਆਪਸੀ। ਉਹਦੇ ਤੇ ਚੱਲਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਜਿਹੜਾ ਹੈ ਚੋਰੀ ਹੋ ਜਾਂਦੇ ਉੱਥੋਂ, ਤੇ ਅਸੀਂ ਵੀ ਚਲੋ ਜਿਹੜਾ ਜਥੇਬੰਦੀ ਰੂਪ ਦੇ ਵਿੱਚ ਉੱਥੇ ਪਹੁੰਚੇ ਤੇ ਗਏ। ਉਸ ਵਕਤ ਮੈਂ ਤੁਹਾਨੂੰ ਤਾਕਤ ਦੱਸਣ ਲੱਗਿਆ ਕਿ ਪੁਲਿਸ ਦੀ ਤਾਕਤ ਕਿੰਨੀ ਹੁੰਦੀ ਹੈ। ਉਸ ਵਕਤ ਡਿਊਟੀ ਤੇ ਸੀ ਬਾਘੇ ਪੁਰਾਣੇ ਬਿੱਕਰ ਸਿੰਘ ਕੜਾਕਾ, ਬਹੁਤ ਸੰਜੀਦਾ ਅਫਸਰ ਹੈ। ਉਸ ਵਕਤ ਤੋਂ ਬਾਘੇ ਪੁਰਾਣੇ ਡਿਊਟੀ ਤੇ ਸੀ, ਤੇ ਉਹ ਜਦੋਂ ਅਸੀਂ ਪਹੁੰਚੇ ਉੱਥੇ ਤੇ ਬਿੱਕਰ ਸਿੰਘ ਕੜਾਕਾ ਉੱਥੇ ਪਹੁੰਚਦਾ। ਬਿੱਕਰ ਸਿੰਘ ਕੜਾਕੇ ਨੇ ਆ ਕੇ ਪਿੰਡ ਦਾ ਇਕੱਠ ਹੋਇਆ, ਪਿੰਡ ਦੇ ਲੋਕ ਆਏ, ਉਹਨਾਂ ਨੂੰ ਇੱਕੋ ਗੱਲ ਉਹ ਕਹਿ ਕੇ ਜਾਂਦਾ ਸ਼ਾਮ ਨੂੰ ਕਿ ਜੇਕਰ ਰਾਤੇ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਨਾ ਲੱਭੇ ਤੇ ਨਾ ਮਿਲੇ ਤੇ ਮੈਂ ਤੁਹਾਡੇ ਹੱਡਾਂ ਚੋਂ ਅਗਲੇ ਦਿਨ ਕੱਢ ਲੈਣੇ ਆ। ਤੇ ਯਾਦ ਰੱਖਿਓ, ਮੈਨੂੰ ਪਤਾ ਹੈ ਸਰੂਪ ਤੁਹਾਡੇ ਕੋਲੇ ਇੱਥੇ, ਤੇ ਮੈਂ ਤੁਹਾਡੇ ਹੱਡਾਂ ਚੋਂ ਕੱਢਣੇ, ਤੇ ਮੈਨੂੰ ਪਤਾ ਮੈਂ ਕਿਵੇਂ ਕੱਢਣੇ ਆ। ਤੇ ਤੁਸੀਂ ਸੱਚ ਮੰਨੋ, ਉਸੇ ਰਾਤੇ ਰਾਤ ਸਰੂਪ ਮਹਾਰਾਜ ਦੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ। ਕੌਣ ਰੱਖ ਕੇ ਕਿੱਦਾਂ ਰੱਖ ਕੇ ਤਾਂ ਨਹੀਂ ਪਤਾ, ਪਰ ਸਰੂਪ ਜੇ ਸਖਤੀ ਕੀਤੀ ਜਾਂਦੀ ਤੇ ਇਹ ਇੱਥੇ ਵੀ ਇੱਥੇ ਵੀ ਇਵੇਂ ਜਿਕ ਹੋਣਾ ਸੀ। 1 ਜੂਨ ਨੂੰ ਸਰੂਪ ਚੋਰੀ ਹੁੰਦਾ, 5 ਮਹੀਨਿਆਂ ਬਾਅਦ ਬੇਅਦਬੀ ਹੁੰਦੀ। 5 ਮਹੀਨੇ ਰਣਬੀਰ ਸਿੰਘ ਖੱਟੜਾ ਦੀ ਸਰਕਾਰ ਕਿੱਥੇ ਮਰੀ ਹੋਈ ਸੀ। ਸ਼੍ਰੋਮਣੀ ਕਮੇਟੀ ਦਾ ਕੀ ਰੋਲ ਰਹਿੰਦਾ ਉਹਨੇ ਸਮੇਂ? ਸ਼੍ਰੋਮਣੀ ਕਮੇਟੀ ਦਾ ਮੰਨਫੀ ਹੈ ਵਿੱਚੋਂ, ਸ਼੍ਰੋਮਣੀ ਕਮੇਟੀ ਦੇ ਵਿੱਚੋਂ ਸਾਇਲੈਂਟ ਆ ਨਾ, ਕਿਉਂਕਿ ਉਹੀ ਜੂਨੀਅਰ ਤੇ ਸੀਨੀਅਰ ਵਾਲਾ ਸਿਸਟਮ ਆ ਗਿਆ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਆ, ਤੁਸੀਂ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰਦੇ ਆ, ਸ਼੍ਰੋਮਣੀ ਕਮੇਟੀ ਉਸ ਟਾਈਮ ਕੀ ਕਰਦੀ ਹੈ? ਸ਼੍ਰੋਮਣੀ ਉਦੋਂ ਤਾਂ ਕਿਸੇ ਪ੍ਰੇਮੀ ਦਾ ਨਾਮ ਵੀ ਨਹੀਂ ਨਾ ਹੁੰਦਾ। ਸ਼੍ਰੋਮਣੀ ਕਮੇਟੀ ਦਾ ਜਿਹੜਾ ਅੱਜ ਦਾ ਆਡੰਬਰ ਹੈ, ਇਹ ਸਾਹਮਣੇ ਉਸ ਵਕਤ ਤੋਂ ਅੱਜ ਦੇ ਹਾਲਾਤਾਂ ਨੂੰ ਮਿਲਾ ਕੇ ਵੇਖੋ। ਸ਼੍ਰੋਮਣੀ ਕਮੇਟੀ ਦੇ ਇੱਕ ਵੀ ਬੰਦਾ ਤਾਂ ਨਾ ਤਾਂ ਉੱਥੇ ਧਰਨੇ 'ਚ ਪਹੁੰਚਦਾ ਹੈ, ਨਾ ਹੀ ਕੋਈ ਸੰਜੀਦਗੀ ਵਿਖਾਉਂਦਾ ਹੈ, ਨਾ ਕੋਈ ਬਿਆਨ ਦਿੰਦਾ ਹੈ, ਨਾ ਹੀ ਕੋਈ ਤਲਖੀ ਵਿਖਾਉਂਦਾ, ਨਾ ਹੀ ਕੋਈ ਉਹਦੇ ਚਿਹਰੇ ਤੇ ਕੋਈ ਇਦਾਂ ਦੀ ਹਿਚਕਚਾਹਟ ਹੈ, ਨਾ ਉਹਦੇ ਚਿਹਰੇ ਤੇ ਕੋਈ ਨਮੀ ਹੈ, ਨਾ ਉਹਨੂੰ ਕੋਈ ਗਮ ਹੈ ਵੀ ਮਾਰੇ ਸਰੂਪ ਚੋਰੀ ਹੁੰਦੇ ਆ। ਕੋਈ ਵੀ ਉਹਨਾਂ ਦੀ ਐਕਟੀਵਿਟੀ ਇਦਾਂ ਦੀ ਨਹੀਂ। ਕੀ ਸਮਝਦੇ ਹੋ ਕਿਉਂ ਸਾਇਲੈਂਟ ਸੀ ਫਿਰ? ਸਾਇਲੈਂਟ ਸਮਝਣ ਦਾ ਮਤਲਬ ਇਹੀ ਹੈ ਕਿ ਜੋ ਹੁੰਦਾ ਹੋਈ ਜਾਵੇ, ਗੁਰੂ ਦੀ ਕਦਰ ਹੋਵੇ ਤਾਂ ਹੀ ਹੈ ਨਾ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਗੁਰੂ ਹੋਵੇ ਤਾਂ ਹੀ ਤਕਲੀਫ ਹੋਵੇ। ਗੁਰੂ ਤਾਂ ਉਹਨਾਂ ਦਾ ਬਾਦਲ ਹੈ, ਬਾਦਲ ਨੂੰ ਕੋਈ ਤਕਲੀਫ ਪਹੁੰਚੇ ਤਾਂ ਫਿਰ ਭੱਜੇ ਨੱਠੇ ਫਿਰਦੇ ਆ। ਤੇ ਆਹ ਤੁਸੀਂ ਵੇਖਿਆ ਹੀ ਹੈ, ਆ 328 ਰੁਪਏ ਦਾ ਮਸਲਾ ਆਇਆ, ਜਦੋਂ ਉਹਨਾਂ ਨੂੰ ਘੇਰਾਬੰਦੀ ਹੁੰਦੀ ਹੈ, ਉਹਨਾਂ ਦੇ ਗੁੰਡੇ ਕਿਵੇਂ ਸਰਕਾਰ ਕਮੇਟੀਆਂ ਨੂੰ ਕੁੱਟਦੇ ਆ, ਕਿਵੇਂ ਮਾਰਦੇ ਆ। ਮੱਖਣ ਜੀ, ਮੰਨ ਲਿਆ ਕਿ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰਦੀ, ਬਾਦਲਾਂ ਦੇ ਨਾਲ ਚੱਲ ਰਹੀ ਹੈ, ਜਿਵੇਂ ਬਾਦਲ ਕਹਿ ਰਿਹਾ, ਤੁਸੀਂ ਕਹਿੰਦੇ ਉਹ ਆਕਾ ਉਹਨਾਂ ਦੇ, ਮੰਨ ਲਿਆ, ਪਰ ਬਾਕੀ ਪੰਥ ਕਿਉਂ ਨਹੀਂ ਇਕੱਠਾ ਹੁੰਦਾ? ਇੱਕ ਮੰਚ ਤੇ ਇਕੱਠਾ ਹੋ ਸਕਦਾ ਹੈ, ਇਕੱਠਾ ਹੋ ਕੇ ਸਭ ਕੁਝ ਕਰ ਸਕਦਾ, ਕਿਉਂ ਨਹੀਂ ਹੋ ਰਿਹਾ? ਕੌਣ ਕਹਿੰਦਾ ਪੰਥ ਇਕੱਠਾ ਨਹੀਂ ਹੈ? ਕੋਟਕਪੂਰੇ ਕਿਹੜਾ ਪੰਥ ਦਾ ਨੁਮਾਇੰਦਾ ਨਹੀਂ ਸੀ ਪਹੁੰਚਿਆ? ਪਰ ਹੁਣ ਤਾਂ ਨਹੀਂ ਨਾ ਜੀ, ਹੁਣ ਕੌਣ ਗੱਲ ਕਰ ਰਿਹਾ? ਨਹੀਂ, ਹੁਣ ਨਹੀਂ ਹੈ ਤੇ ਗੱਲ ਤਾਂ ਸਾਰੇ ਕਰ ਰਹੇ ਆ ਨਾ। ਗੱਲ ਤਾਂ ਕਿਸੇ ਨੇ ਆਪਣੀ ਜ਼ੁਬਾਨ ਤਾਂ ਕਿਸੇ ਨੇ ਨਹੀਂ ਬੰਦ ਕੀਤੀ। ਠੀਕ ਹੈ, ਰਾਹ ਵੱਖਰੇ ਵੱਖਰੇ ਹੁੰਦੇ ਆ, 4 ਭਾਈ ਆ, 4 ਭਾਈਆਂ 'ਚ ਵੰਡੀਆਂ ਪੈਂਦਾ, ਕੰਧਾਂ ਲੈ ਕੇ ਜ਼ਮੀਨਾਂ ਅਲੱਗ-ਅਲੱਗ ਵੰਡ ਲਈ ਜਾਂਦੀ ਆ, ਪਰ ਵਿਚਾਰ ਤਾਂ ਰਹਿੰਦੇ ਆ। ਅੱਜ 4 ਭਾਈ ਇਕੱਠੇ ਨਹੀਂ ਬਹਿੰਦੇ, ਇਹਦਾ ਮਤਲਬ ਇਹਦੇ ਨਾਲ 4 ਭਾਈਆਂ ਦੀ ਮੰਗ ਖਤਮ ਹੋ ਗਈ। ਮੰਗ ਤਾਂ ਜਥੇਬੰਦੀ ਅੱਜ ਵੀ ਉਹੀ ਆ, ਆਪਣੇ ਪਲੇਟਫਾਰਮ ਤੇ ਸਾਰੇ ਗੱਲਬਾਤ ਤਾਂ ਕਰ ਰਹੇ ਆ ਨਾ। ਪਰ ਜਦੋਂ ਕੋਟਕਪੂਰੇ ਨੂੰ ਤੱਕੋਗੇ, ਕੋਟਕਪੂਰਾ ਚੌਂਕ ਨੂੰ ਤੱਕੋਗੇ, ਕਿਹੜੀ ਉੱਥੇ ਸੰਪਰਦਾਇ ਆ, ਕਿਹੜੀ ਜਥੇਬੰਦੀ ਹੈ, ਕਿਹੜਾ ਮਿਸ਼ਨਰੀ ਕਾਲ ਜਿਹੜਾ ਉੱਥੇ ਨਹੀਂ ਸੀ ਪਹੁੰਚਿਆ ਹੋਇਆ। ਉਹ ਆਖਰੀ ਵਾਰ ਸੀ ਮੇਰਾ ਖਿਆਲ, ਇਸ ਤੋਂ ਬਾਅਦ ਕੋਈ ਵੱਡਾ ਪੰਥਕ ਇਕੱਠ ਨਹੀਂ ਹੋਇਆ। ਆਖਰੀ ਵਾਰ ਸੀ ਕਹਿਣ ਦਾ ਪਾ, ਮੰਗ ਤਾਂ ਸਾਰਿਆਂ ਨੇ ਇਕੱਤਰਤ ਹੋ ਕੀਤੀ। ਇਹ ਸਵਾਲ ਕੱਲ ਵੀ ਇੱਕ ਵੀਰ ਨੇ ਕੀਤਾ ਸੀਗਾ ਵੀ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ। ਜਥੇਬੰਦੀਆਂ ਨੇ ਜਦੋਂ ਇਕੱਠੇ ਹੋ ਕੇ ਜਿਹੜੀ ਮੰਗ ਕੀਤੀ ਉਹ ਪੂਰੀ ਹੋ ਗਈ। ਕਹਿਣ ਦਾ ਭਾਵ ਸਰਕਾਰ ਨੇ ਜੋ ਉਹਨਾਂ ਦਾ ਏਜੰਡਾ ਚੱਲਣਾ ਤਾਂ ਉਹਨੇ ਆਪਣੇ ਏਜੰਡੇ ਤੇ ਹੀ ਹੈ, ਪਰ ਜਥੇਬੰਦੀਆਂ ਨੇ ਜਿਹੜਾ ਸਰਕਾਰ ਦਾ ਕੰਮ ਸਰਕਾਰ ਤਾਂ ਉਹ ਕਰੇ। ਜਥੇਬੰਦੀਆਂ ਦੀ ਚਲੋ ਆਪਾਂ ਇਹ ਗੱਲ ਮੰਨ ਲਈਏ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਹੈ, ਜਥੇਬੰਦੀਆਂ ਦੇ ਇਕੱਠੇ ਨਾ ਹੋਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਸਲਾ ਬੰਦ ਹੋ ਜੂ, ਜਾਂ ਉਹਨੂੰ ਇਹ ਮੰਨ ਲਿਆ ਜਾਊ ਕਿ ਬੇਅਦਬੀ ਨਹੀਂ ਹੋਈ, ਜਾਂ ਇਹ ਮੰਨ ਲਿਆ ਜਾਊ ਕਿ ਸਰੂਪ ਚੋਰੀ ਨਹੀਂ ਹੋਏ। ਜਥੇਬੰਦੀਆਂ ਦੇ ਅਖੰਡ ਹੋਣ ਦੇ ਨਾਲ ਇਹ ਤਾਂ ਨਹੀਂ ਨਾ ਮੰਨਿਆ ਜਾਣਾ ਕਿ ਸਰੂਪ ਨਹੀਂ ਚੋਰੀ ਹੋਏ ਤੇ ਬੇਅਦਬੀ ਨਹੀਂ ਹੋਈ, ਜਾਂ ਸਰਕਾਰ ਦੇ ਖੈਮੇ ਜਿਹੜੇ ਕੇਸ ਚੱਲ ਰਹੇ ਆ ਬੇਅਦਬੀ ਸੰਬੰਧ 'ਚ ਉਹ ਬੰਦ ਕਰ ਦੇਣੇ ਚਾਹੀਦੇ ਆ। ਮਤਲਬ ਜੀ ਆਖਰ ਇਨਸਾਫ ਫਿਰ ਮਿਲੂ ਕਿੱਥੋਂ? ਸ਼੍ਰੋਮਣੀ ਕਮੇਟੀ ਸਾਥ ਨਹੀਂ ਦੇ ਰਹੀ, ਬਾਦਲ ਕੇ ਸਾਥ ਨਹੀਂ ਦੇ ਰਹੇ, ਕਾਂਗਰਸ ਦੀ ਸਰਕਾਰ ਆਈ 2017 ਤੋਂ ਪਹਿਲਾਂ ਕਿਹਾ ਸੀ ਕਿ ਸਭ ਸਲਾਖਾਂ ਪਿੱਛੇ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਨਸ਼ੇ ਦੇ ਮੁੱਦੇ ਜਾਂ ਹੋਰ ਬਹੁਤ ਸਾਰੇ ਸੀ, ਉਹਨਾਂ ਨੇ ਕੁਝ ਨਹੀਂ ਕੀਤਾ। ਫਿਰ ਆਖਰ ਇਨਸਾਫ ਦੇਊ ਕੌਣ? ਕਿੰਨਾ ਵੱਲ ਦੇਖੀਏ? ਇਨਸਾਫ ਸਾਡੇ ਨੁਮਾਇੰਦਿਆਂ ਦੇ ਰਾਹੀਂ ਮਿਲਣਾ ਹੁੰਦਾ ਹੈ। ਹੁਣ ਇੱਕ ਸਿਸਟਮ ਹੈ, ਇੱਕ ਪ੍ਰਕਿਰਿਆ ਹੈ। ਪਿੰਡ ਤੋਂ ਗੱਲ ਚੱਲਦੀ ਹੈ, ਪੰਚਾਇਤ ਮੈਂਬਰ ਹੈ, ਪੰਚਾਇਤ ਮੈਂਬਰਾਂ ਦਾ ਇੱਕ ਸਰਪੰਚ ਹੈ, ਸਰਪੰਚਾਂ ਤੋਂ ਅਗਾਂਹ ਚੋਣ ਐਮਐਲਏ ਦੀ ਹੈ, ਐਮਐਲਏ ਤੋਂ ਅਗਾਂਹ ਐਮਪੀ ਦੀ ਹੈ। ਮੈਂਬਰ ਆਪਣੇ ਘਰ ਦੀ ਗੱਲ, ਆਪਣੇ 4 ਘਰਾਂ ਦੀ ਗੱਲ ਸਰਪੰਚ ਕੋਲ ਜਾਂਦਾ ਹੈ, ਸਰਪੰਚ ਆਪਣੇ ਪਿੰਡ ਦੀ ਗੱਲ ਆਪਣੇ ਐਮਐਲਏ ਕੋਲ ਲੈ ਕੇ ਜਾਂਦਾ, ਤੇ ਐਮਐਲਏ ਜਿਹੜਾ ਹੈ ਆਪਣੇ ਇਲਾਕੇ ਦੀ ਗੱਲ
MP ਕੋਲ ਲੈ ਕੇ ਜਾਂਦਾ, MP ਆਪਣੇ ਇਲਾਕੇ ਦੀ ਗੱਲ ਗਾਂ ਦਿੱਲੀ ਤੱਕ ਲੈ ਕੇ ਜਾਂਦਾ। ਇੱਕ ਸਿਸਟਮ ਆਣਾ, ਇੱਕ ਪ੍ਰਕਿਰਿਆ ਨਾ। ਤੇ ਕਹਿਣ ਦਾ ਭਾਵ ਸਾਨੂੰ ਚੋਣ ਸਹੀ ਕਰ ਲੈਣੀ ਚਾਹੀਦੀ। ਫਿਰ ਹੁਣ ਸਾਨੂੰ ਚੋਣ ਇਹਨਾਂ ਬੰਦੇ ਪਛਾਣ ਕੇ ਕਰ ਲੈਣੀ ਚਾਹੀਦੀ ਆ, ਪਰ ਅਸੀਂ ਤਾਂ ਸ਼ਰਾਬ ਦੀ ਬੋਤਲ ਨਾਲ ਚੋਣ ਵੇਖਣੀ ਹੈ। ਐਡੇ ਗਏ ਗੁਜ਼ਰੇ ਹੋ ਗਏ ਆ। ਅਸੀਂ ਜਿਹੜੀਆਂ ਵੋਟਾਂ ਆਹ ਸਰਕਾਰੀ ਵੋਟਾਂ ਨੇ ਜਾਂ MLA ਦੇ ਮੁੱਖ ਮੰਤਰੀ ਦੇ ਵੋਟਾਂ ਨੇ, ਇਹ ਤਾਂ ਸ਼ਰਾਬ ਦੀਆਂ ਬੋਤਲਾਂ 'ਚ ਦਿੰਦੇ ਹੀ ਦਿੰਦੇ ਆ। ਸ਼੍ਰੋਮਣੀ ਕਮੇਟੀ ਦੀ ਬੋਤਲ ਵੀ ਸ਼ਰਾਬ ਦੇ ਨਾਲ ਮਿਲਦੀ। ਸ਼੍ਰੋਮਣੀ ਕਮੇਟੀ ਮਾੜਾ, ਬਹੁਤ ਮੰਦਭਾਗਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੱਲ ਰੁਪਿੰਦਰ ਹੋਣਾ ਦੀ ਗੱਲਬਾਤ ਕਰੀਏ, ਜੇ ਕੱਲ ਨੂੰ ਸਰਕਾਰ ਬਦਲ ਜਾਂਦੀ ਹੈ, ਕੋਈ ਹੋਰ ਸਰਕਾਰ ਆ ਜਾਂਦੀ ਹੈ, ਲੱਗਦਾ ਕਿ ਰੁਪਿੰਦਰ ਹੋਣਾ ਨੂੰ ਉਲਝਣ ਪੈ ਸਕਦੀ ਹੈ ਦੁਬਾਰਾ ਫਿਰ, ਜਿਸ ਤਰੀਕੇ ਹੁਣ 4-5 ਸਾਲ ਬਾਅਦ ਦੁਬਾਰਾ ਫਿਰ ਨਾਮ ਇਹਨਾਂ ਦਾ ਸਾਹਮਣੇ ਲਿਆਂਦਾ? ਉਲਝਣ ਤਾਂ ਦੇਖੋ ਜੀ, ਸਰਕਾਰੀ ਜਿਹੜਾ ਤੰਤਰ ਹੁੰਦਾ ਹੈ, ਸੁੱਤੇ ਪਏ ਦੇ 302 ਦਾ ਪਰਚਾ ਪਾ ਦਿੰਦੀ ਹੈ। ਹੁਣ ਇਸੇ ਸਰਕਾਰ ਨੇ ਕਲੀਨ ਚਿੱਟ ਦਿੱਤੀ ਹੋਈ ਹੈ। ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਦਾ ਕੋਈ ਦੋਸ਼ ਨਹੀਂ ਹੈ। ਤੇ ਹੁਣ ਜਦੋਂ ਔਨ ਡਿਊਟੀ ਸੀ ਖਟੜਾ ਸਾਹਿਬ, ਉਦੋਂ ਵੀ ਉਹਨਾਂ ਨੇ ਮੰਨ ਲਿਆ, ਚਲੋ ਆਪਣੇ ਹੱਥੀਂ ਉਹਨਾਂ ਨੇ ਪ੍ਰੇਮੀ ਫੜੇ ਤਾਂ ਦੋਨਾਂ ਭਰਾਵਾਂ ਨੂੰ ਦੋਸ਼ ਮੁਕਤ ਕਰਤਾ। ਹੁਣ ਜਦੋਂ ਉਹ ਸੇਵਾ ਮੁਕਤ ਹੋ ਗਏ ਤੇ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ, ਦੁਨੀਆ ਦਾ ਸਭ ਤੋਂ ਵੱਡਾ ਤਖਤ, ਦੁਨੀਆ ਦਾ ਉਹ ਤਖਤ ਜਿਹੜਾ ਮਰਨ ਤੋਂ ਰਹਿਤ, ਜਿਹੜਾ ਢਹਿਣ ਤੋਂ ਰਹਿਤ, ਅਕਾਲ ਤਖਤ, ਕਾਲ ਮੌਤ ਦੇ ਗੇੜ ਵਿੱਚ, ਅਕਾਲ ਮੌਤ ਦੇ ਗੇੜ ਤੋਂ ਪਰਾਂ, ਅਕਾਲ ਤਖਤ ਦੁਨੀਆ ਦਾ ਸਭ ਤੋਂ ਮਹਾਨ ਤੇ ਵੱਡਾ ਤਖਤ, ਉਸ ਤਖਤ ਤੇ ਖਲੋ ਕੇ ਵੀ ਖਰੜਾ ਸਾਹਿਬ ਨੇ ਇਹਨਾਂ ਵੀਰਾਂ ਨੂੰ ਦੋਸ਼ ਮੁਕਤ ਕੀਤਾ ਹੀ ਹੈ ਕਿ ਅਸੀਂ ਭੁਲੇਖੇ ਦੇ ਨਾਲ, ਗਲਤੀ ਨਾਲ, ਜਿਹੜਾ ਕਾਫੀ ਸਮਾਂ ਸਾਡਾ ਖਰਾਬ ਹੋਇਆ ਤੇ ਕੁੱਟਦੇ ਮਾਰਦੇ ਰਹੇ, ਕਾਫੀਆਂ ਦੇ ਉੱਪਰ ਜਿਹੜਾ ਸਾਨੂੰ ਇਹਦਾ ਤਸ਼ੱਦਦ ਕਰਨਾ ਪਿਆ। ਇਹ ਤਾਂ ਉਹਨਾਂ ਨੇ ਹੁਣ ਵੱਡੇ ਅਕਾਲ ਤਖਤ ਸਾਹਿਬ ਦੇ ਗੱਲ ਖੜ ਕੇ ਮੰਨ ਲਈ ਹੈ। ਇਹਨਾਂ ਚੀਜ਼ਾਂ ਨੂੰ ਜੇ ਰੱਦੋ ਬਦਲ ਕਰਕੇ ਕੱਲ ਨੂੰ ਕੋਈ ਮੁਸੀਬਤ ਪਾਈ ਜਾਂਦੀ ਹੈ ਤਾਂ ਉਹਦਾ ਤਾਂ ਫਿਰ ਕੋਈ ਹੱਲ ਨਹੀਂ ਹੈ। ਜਦੋਂ ਕੋਈ ਬੰਦਾ ਕੋਈ ਗਏ ਗੁਜ਼ਰ ਜਾਵੇ, ਕੋਈ ਨਿੱਘਰੀ ਜਾਵੇ, ਤਾਂ ਫਿਰ ਉਹਦਾ ਤਾਂ ਕੀਤਾ ਕੀ ਜਾ ਸਕਦਾ। ਜਿਹਦੇ ਕੋਈ ਰੱਬ ਨੇੜੇ ਆ, ਫਿਰ ਉਹ ਕਹਿੰਦਾ ਵੀ ਯਾਰ ਜਿਹੜਾ ਕੋਈ ਗੁਨਾਹਗਾਰ ਨਹੀਂ, ਉਹਦੇ ਉੱਪਰ ਆਪਾਂ ਕਿਉਂ ਤਸ਼ੱਦਦ ਕਰੀਏ। ਇਹ ਤਾਂ ਫਿਰ ਉਹਨਾਂ ਲੋਕਾਂ ਦੀਆਂ ਗੱਲਾਂ ਜਿਹੜੇ ਦੁਸ਼ਟ ਬਿਰਤੀ ਦੇ ਲੋਕ ਹੋਣਗੇ। ਰੁਪਿੰਦਰ ਜੀ, ਮਨ 'ਚ ਖਿਆਲ ਤਾਂ ਆਉਂਦੇ ਹੋਣਗੇ ਕਿ ਜਦੋਂ ਉਸ ਟਾਈਮ ਤੁਹਾਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤਰੀਕੇ ਹੁਣ ਗੱਲਬਾਤ ਚੱਲ ਰਹੀ ਹੈ, ਕੱਲ ਨੂੰ ਫਿਰ ਜਿਵੇਂ ਮੈਂ ਬਾਈ ਮੱਖਣ ਨਾਲ ਗੱਲਬਾਤ ਕੀਤੀ, ਕੱਲੀ ਉਲਝਣ ਨਹੀਂ, ਫਸਾਇਆ ਜਾ ਸਕਦਾ। ਕੂੜ ਨੂੰ ਕੁੱਟੇ ਨਾਨਕਾ, ਓੜਕ ਸੱਚ ਰਹੀ। ਗੁਰੂ ਸਾਹਿਬ ਤੋਂ ਵੱਡਾ ਕੋਈ ਨਹੀਂ, ਬਾਦਲ ਰੱਬ ਨਹੀਂ। ਇੱਥੇ ਵੱਡੇ ਦੀਆਂ ਲੀਕਾਂ ਦੀਆਂ ਕਢਾਈਆਂ ਹੋਈਆਂ ਗੁਰੂ ਸਾਹਿਬ ਨੇ, ਇਹਨਾਂ ਦੀਆਂ ਵੀ ਨਿਕਲ ਜਾਣੀਆਂ। ਕੀ ਕਾਰਵਾਈ ਕਰਨ ਜਾ ਰਹੇ ਹੋ ਫਿਰ ਖਟੜਾ ਸਾਹਿਬ ਦੇ ਇਸ ਬਿਆਨ ਨੂੰ ਲੈ ਕੇ, ਕਿਉਂਕਿ ਤੁਹਾਨੂੰ ਸਰਕਾਰ ਤੋਂ ਕਲੀਨ ਚਿੱਟ ਮਿਲੀ ਹੋਈ ਹੈ? ਦੇਖੋ, ਮੈਂ ਤਾਂ ਹਜੇ ਵੀ ਕਿਹਾ ਖਟੜਾ ਸਾਹਿਬ ਨੂੰ ਦਿਓ ਸਬੂਤ। ਮੈਨੂੰ 3 ਦਿਨ ਹੋ ਗਏ ਗੱਲ ਕਰਦਿਆਂ ਨੂੰ, ਹਜੇ ਤੱਕ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ। ਸਬੂਤ ਤਾਂ ਦੇਣਾ ਇਸ ਚੀਜ਼ ਦਾ, ਤੇ ਜਾਂ ਤੱਕ ਸਾਹਿਬ ਤੇ ਜਾ ਕੇ ਆਪਦੇ ਉੱਥੇ ਗੁਨਾਹ ਮੰਨਣ ਵੀ ਮੈਂ ਗੁਨਾਹ ਕੀਤਾ। ਜੇ ਸਬੂਤ ਨਹੀਂ ਦਿੰਦੇ ਤਾਂ ਗੁਨਾਹ ਮੰਨਣ ਆਪਣਾ ਤਖਤ ਸਾਹਿਬ ਤੇ ਜਾ ਕੇ ਉੱਥੇ। ਮੈਂ ਰੱਬ ਨਹੀਂ, ਕੋਈ ਗੱਲ ਨਹੀਂ, ਜਿਹਨਾਂ ਨੇ ਗੁਨਾਹ ਕੀਤਾ ਤਾਂ ਉਹ ਉਸ ਤੋਂ ਉੱਪਰ ਕੁਝ ਨਹੀਂ ਗਾ, ਉੱਥੇ ਜਾ ਕੇ ਆਪਦਾ ਗੁਨਾਹ ਮੰਨਣ। ਤੇ ਜਾਂ ਜੇ ਜਥੇਦਾਰ ਸਾਹਿਬ ਵਾਕਈ ਕੌਮ ਦੇ ਜਥੇਦਾਰਾਂ ਨੇ ਉਹਦੀ ਧੌਣ ਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤਾਂ ਦਰਸ਼ਕੋ, ਇਹ ਸੀ ਭਾਈ ਰੁਪਿੰਦਰ ਸਿੰਘ ਪੰਜਗਰਾਈ ਤੇ ਭਾਈ ਮੱਖਣ ਸਿੰਘ ਮੁਸਾਫਰ, ਜੋ ਗੱਲਬਾਤ ਕਰਦੇ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਸ ਤਰ੍ਹਾਂ ਬੇਅਦਬੀ ਹੁੰਦੀ ਹੈ, ਕਿਸ ਤਰ੍ਹਾਂ ਜਿਹੜੇ ਸਰੂਪ ਚੋਰੀ ਹੁੰਦੇ ਆ, ਕਿਸ ਤਰ੍ਹਾਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਸਭ ਗੱਲਬਾਤ ਇਹਨਾਂ ਨੇ ਕੀਤੀ। ਵੱਡੇ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੜੇ ਕੀਤੇ, ਵੱਡੇ ਸਵਾਲ ਬਾਦਲ ਪਰਿਵਾਰਾਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਕੀਤੇ, ਔਰ ਖਟੜਾ ਸਾਹਿਬ ਤੇ ਵੱਡੇ ਸਵਾਲ ਖੜੇ ਕੀਤੇ। ਇਹ ਕਹਿੰਦੇ ਕਿ ਜੇ ਖਟੜਾ ਸਾਹਿਬ ਕਹਿ ਰਹੇ ਆ ਕਿ ਮੈਂ ਦੋਸ਼ੀ ਹਾਂ, ਮੈਂ ਨੇਫੇ 'ਚ ਪਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲੈ ਕੇ ਗਿਆ, ਤਾਂ ਉਸ ਚੀਜ਼ ਦੇ ਸਬੂਤ ਦੇਣ। ਨਾਰਕੋ ਟੈਸਟ ਕਰਵਾਉਣ ਦੀ ਗੱਲਬਾਤ ਕਹਿ ਰਹੇ ਆ ਕਿ ਨਾਰਕੋ ਟੈਸਟ ਮੈਂ ਮੁੱਕਰਿਆ ਨਹੀਂ ਆ ਕਰਵਾਉਣ ਤੋਂ, ਮੈਂ ਅੱਜ ਵੀ ਤਿਆਰ ਹਾਂ। ਕੋਟਕਪੂਰਾ ਦੇ ਉਸੇ ਚੌਂਕ 'ਚ ਬੈਠ ਜਾਂਦੇ ਆ। ਰੁਪਿੰਦਰ ਕਹਿ ਰਿਹਾ ਕਿ ਮੇਰਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ, ਸੁਖਬੀਰ ਸਿੰਘ ਬਾਦਲ ਤੇ ਰਾਮ ਰਹੀਮ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ, ਤਾਂ ਕਿ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋਵੇ। ਸੋ ਉਮੀਦ ਕਰਦੇ ਹਾਂ ਉਹ ਦੋਸ਼ੀ ਜਲਦ ਗ੍ਰਿਫਤਾਰ ਕੀਤੇ ਜਾਣਗੇ, ਉਹਨਾਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ ਜਿਨ੍ਹਾਂ ਨੇ ਮਾਣਯੋਗ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਕੀਤਾ ਹੈ, ਬੇਅਦਬੀ ਕੀਤੀ ਹੈ, ਅੰਗ ਪਾੜੇ ਆ। ਸੋ ਦਰਸ਼ਕੋ, ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਘੋਲੀਆ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।